ਇਹ ਜਿਹੜੀ ਫਿਲਮ ਹੈ ਚੇਤਾ ਸਿੰਘ, ਪਹਿਲਾਂ ਜਿਹੜੇ ਪੋਸਟਰਸ ਦੀ ਅਸੀਂ ਗੱਲ ਕਰੀਏ ਜਾਂ ਟੀਜ਼ਰ ਦੀ ਗੱਲ ਕਰੀਏ, ਸੋ ਇੱਕ ਵੱਖਰੀ ਕਿਸਮ ਦੀ ਫਿਲਮ ਹੈ। ਐਕਸ਼ਨ ਫਿਲਮਾਂ ਤੇ ਪਹਿਲਾਂ ਵੀ ਸੀਗੀਆਂ, ਬਟ ਇੱਥੇ ਮੈਨੂੰ ਕੁਝ ਵੱਖਰਾ ਨਜ਼ਰ ਆ ਰਿਹਾ। ਚੇਤਾ ਸਿੰਘ ਦੇ ਮੇਰਾ ਇੱਕ ਬਹੁਤ ਕਲੋਜ਼ ਰਿਲੇਸ਼ਨ ਦਿਖਾਇਆ ਗਿਆ ਹੈ। ਰਾਈਟ। ਇਹਦੇ ਵਿੱਚ ਵੈਸੇ ਫਿਲਮ 'ਚ ਮੈਂ ਆਂਗਨਵਾੜੀ ਦੀ ਟੀਚਰ ਹਾਂ। ਅੱਛਾ। ਟੀਚਰ ਦਾ ਕੈਰੈਕਟਰ ਹੈ। ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ, ਕਿਤਾਬਾਂ ਨੂੰ ਬਹੁਤ ਪਿਆਰ ਕਰਦੀ ਹੈ, ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਕੁਝ ਐਵੇਂ ਨਹੀਂ ਹੈਗਾ ਕਿ ਜਿਵੇਂ ਪੋਸਟਰ 'ਤੇ ਤੁਸੀਂ ਦੇਖ ਰਹੇ ਹੋ ਵੀ ਹੱਥ 'ਚ ਉਹ ਫੜੀ ਹੋਈ ਹੈ, ਤਲਵਾਰ ਫੜੀ ਹੈ, ਕੁਝ ਬਲੱਡ ਹੈ, ਕੁਝ ਵੀ ਸਪੈਲਡ ਆਊਟ ਹੈ। ਜਿਹੜਾ ਹੁਣ ਅਸੀਂ ਟੀਜ਼ਰ 'ਚ ਵੀ ਦੇਖਿਆ, ਪੋਸਟਰ 'ਤੇ ਵੀ ਤੁਸੀਂ ਉਹੀ ਦੇਖ ਰਹੇ ਹੋ। ਸੋ ਇਟ ਇਜ਼ ਵੈਰੀ ਇੰਪੋਰਟੈਂਟ, ਜਦੋਂ ਲੋਕ ਦੇਖਣਗੇ ਦੇ ਵਿਲ ਬੀ ਸਰਪ੍ਰਾਈਜ਼ਡ ਵਾਚਿੰਗ। ਸੋ ਮੈਂ ਸਹੀ ਸੀਗਾ ਜੋ ਮੈਂ ਸਮਝਿਆ ਥੋੜਾ ਬਹੁਤਾ ਟੀਜ਼ਰ ਤੋਂ? ਹਾਂ, ਇਹ ਕਿਤੇ ਨਾ ਕਿਤੇ ਰਿਲੇਟੇਬਿਲਿਟੀ ਹੈਗੀ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਫਿਲਮਾਂ ਜਿੱਥੇ ਰਿਲੀਜ਼ ਹੋ ਰਹੀਆਂ ਨੇ, ਪੰਜਾਬੀ ਫਿਲਮਾਂ, ਉਹਨਾਂ ਦੇ ਵਿੱਚ ਇੱਕ ਅਜਿਹੀ ਫਿਲਮ ਆਈ ਜਿਸ ਨੇ ਸਭ ਦੀਆਂ ਨਿਗਾਹਾਂ ਆਪਣੇ ਵੱਲ ਖਿੱਚ ਲਈਆਂ। ਨਾਮ ਹੈ ਚੇਤਾ ਸਿੰਘ, ਤੇ ਫਿਲਮ ਜਿਹੜੀ ਹੈ 1 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਜੇ ਤਾਂ ਟੀਜ਼ਰ ਹੀ ਆਇਆ। ਟੀਜ਼ਰ ਨੇ ਇੰਨਾ ਜ਼ਬਰਦਸਤ ਇੰਪੈਕਟ ਆਡੀਅנס ਦੇ ਉੱਤੇ ਛੱਡਿਆ ਕਿ ਹਰ ਕੋਈ ਹੁਣ ਇਸ ਦੇ ਟ੍ਰੇਲਰ ਦੀ ਵੇਟ ਕਰ ਰਿਹਾ। ਪਰ ਟ੍ਰੇਲਰ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਫਿਲਮ ਦੀ ਬਾਕੀ ਦੀ ਸਟਾਰ ਕਾਸਟ ਦੇ ਨਾਲ ਬੁਲਾਉਣਾ ਚਾਹੁੰਦਾ, ਕਿਉਂਕਿ ਜਦੋਂ ਪੋਸਟਰ ਸਾਹਮਣੇ ਆਇਆ, ਜਦੋਂ ਟੀਜ਼ਰ ਸਾਹਮਣੇ ਆਇਆ, ਤਾਂ ਸਾਨੂੰ ਸਭ ਦੇ ਚਹੇਤੇ ਪ੍ਰਿੰਸ ਕਮਲਜੀਤ ਦਿਖਾਈ ਦਿੱਤੇ। ਉਹਨਾਂ ਦੇ ਨਾਲ ਫਿਲਮ ਦੇ ਵਿੱਚ ਹੋਰ ਬਹੁਤ ਜ਼ਬਰਦਸਤ ਕਿਰਦਾਰ ਨੇ ਜਿਹੜੇ ਕਿ ਹਜੇ ਟ੍ਰੇਲਰ ਦੇ ਵਿੱਚ ਦੇਖਣ ਨੂੰ ਮਿਲਣਗੇ। ਸੋ ਉਹਨਾਂ ਦੇ ਵਿੱਚੋਂ ਇੱਕ ਮੇਰੇ ਨਾਲ ਇੱਥੇ ਮੌਜੂਦ ਨੇ ਇਰਵੀਨ ਕੌਰ। ਸੋ ਬਹੁਤ ਬਹੁਤ ਸਵਾਗਤ ਹੈ ਇਰਵੀਨ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਐਂਡ ਆਈ ਸੀਰੀਅਸਲੀ ਅਮੇਜ਼ ਕਿ ਇਹ ਜਿਹੜੀ ਫਿਲਮ ਹੈ ਚੇਤਾ ਸਿੰਘ, ਪਹਿਲਾਂ ਜਿਹੜੇ ਪੋਸਟਰਸ ਦੀ ਅਸੀਂ ਗੱਲ ਕਰੀਏ ਜਾਂ ਟੀਜ਼ਰ ਦੀ ਗੱਲ ਕਰੀਏ, ਸੋ ਇਸਨੇ ਉਹ ਦਰਸ਼ਕਾਂ ਦਾ ਜਿਹੜਾ ਇੱਕ ਹਮੇਸ਼ਾ ਸਵਾਲ ਹੁੰਦਾ ਨਾ ਕਿ ਪੰਜਾਬੀ ਸਿਨੇਮਾ ਉਹ ਰਿਪੀਟਡਲੀ ਸੇਮ ਸਬਜੈਕਟਸ ਲੈ ਕੇ ਆ ਰਿਹਾ, ਉਸ ਚੀਜ਼ ਨੂੰ ਤੋੜ ਦਿੱਤਾ। ਸੋ ਇੱਕ ਵੱਖਰੀ ਕਿਸਮ ਦੀ ਫਿਲਮ ਹੈ। ਐਕਸ਼ਨ ਫਿਲਮਾਂ ਤੇ ਪਹਿਲਾਂ ਵੀ ਸੀਗੀਆਂ, ਬਟ ਇੱਥੇ ਮੈਨੂੰ ਕੁਝ ਵੱਖਰਾ ਨਜ਼ਰ ਆ ਰਿਹਾ। ਖੈਰ, ਪ੍ਰਿੰਸ ਕਮਲਜੀਤ ਜੀ ਜਦੋਂ ਮਿਲਣਗੇ ਉਹਨਾਂ ਬਾਰੇ ਵੀ, ਉਹਨਾਂ ਤੋਂ ਮੈਂ ਬਹੁਤ ਕੁਝ ਜਾਣਨਾ ਚਾਹਾਂਗਾ, ਉਹਨਾਂ ਦੇ ਕੈਰੈਕਟਰ ਬਾਰੇ। ਪਰ ਤੁਹਾਡੇ ਕੈਰੈਕਟਰ ਨੂੰ ਲੈ ਕੇ ਵੀ ਮੈਂ ਬਹੁਤ ਐਕਸਾਈਟਿਡ ਹੈ, ਕਿਉਂਕਿ ਵਾਰਨਿੰਗ ਦੇ ਵਿੱਚ ਤੁਹਾਨੂੰ ਦੇਖਿਆ ਸੀ। ਸੋ ਬਹੁਤ ਹੀ ਖੂਬਸੂਰਤ ਕਿਰਦਾਰ ਤੁਹਾਡਾ, ਔਰ ਇੱਕ ਲੜਕੀ ਦੀ ਫੀਲਿੰਗ ਕਿ ਜਦੋਂ ਉਸਦਾ ਜਿਹੜਾ ਪ੍ਰੇਮੀ ਹੁੰਦਾ, ਬॉयਫ੍ਰੈਂਡ ਹੁੰਦਾ, ਜਦੋਂ ਕਿਤੇ ਅਜਿਹੇ ਰਾਹ ਦੇ ਉੱਤੇ ਚੱਲ ਪੈਂਦਾ ਜਿਹੜਾ ਕਿ ਮੁਸ਼ਕਲਾਂ ਨਾਲ ਭਰਿਆ, ਸੋ ਉਹਦੀ ਫੀਲਿੰਗਸ ਕੀ ਨੇ, ਉਹ ਸੀਗੀਆਂ। ਸੋ ਇਸ ਵਾਰ ਕੀ ਹੈ? ਇਸ ਵਾਰ ਵੀ ਕੁਝ ਰਿਲੇਟੇਬਲ ਹੈ, ਬਟ ਚੇਤਾ ਸਿੰਘ ਦੇ ਮੇਰਾ ਇੱਕ ਬਹੁਤ ਕਲੋਜ਼ ਰਿਲੇਸ਼ਨ ਦਿਖਾਇਆ ਗਿਆ ਹੈ। ਰਾਈਟ। ਇਹਦੇ ਵਿੱਚ ਵੈਸੇ ਫਿਲਮ 'ਚ ਮੈਂ ਆਂਗਨਵਾੜੀ ਦੀ ਟੀਚਰ ਹਾਂ। ਅੱਛਾ। ਟੀਚਰ ਦਾ ਕੈਰੈਕਟਰ ਹੈ। ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ, ਕਿਤਾਬਾਂ ਨੂੰ ਬਹੁਤ ਪਿਆਰ ਕਰਦੀ ਹੈ, ਬੱਚਿਆਂ ਨੂੰ ਕਿਤਾਬਾਂ ਵੰਡਦੀ ਹੈ। ਉਹਦੀ ਇੱਕ ਇਹੋ ਜਿਹੀ ਪਰਸਨੈਲਿਟੀ ਦਿਖਾਈ ਗਈ ਹੈ। ਤੇ ਬਾਕੀ ਤੁਸੀਂ ਮੂਵੀ 'ਚ ਦੇਖੋਗੇ, ਮੈਂ ਤੁਹਾਨੂੰ ਜ਼ਿਆਦਾ ਦੱਸ ਨਹੀਂ ਸਕਦੀ। ਕੀ ਬਾਤ ਹੈ, ਤੁਸੀਂ ਇੰਨਾ ਦੱਸਿਆ ਉਹਦੇ ਲਈ ਥੈਂਕਸ। ਐਂਡ ਇਟਸ ਰੀਅਲੀ ਅਮੇਜ਼ਿੰਗ ਕਿ ਕਿਉਂਕਿ ਜਿੱਥੇ ਤੱਕ ਮੈਂ ਸਮਝ ਪਾ ਰਿਹਾ, ਚੇਤਾ ਸਿੰਘ ਇੱਕ ਇੱਦਾਂ ਦੀ ਫਿਲਮ ਲੱਗ ਰਹੀ ਹੈ ਮੈਨੂੰ, ਇਹ ਮੇਰਾ ਟੀਜ਼ਰ ਦੇਖਣ ਤੋਂ ਬਾਅਦ ਦਾ ਆਈਡੀਆ ਹੈ ਕਿ ਇੱਕ ਇਨਸਾਨ ਦੀ ਲਾਈਫ ਦੇ ਵਿੱਚ ਬਹੁਤ ਕੁਝ ਅਜਿਹਾ ਹੁੰਦਾ ਜਿਹੜਾ ਕਿ ਉਹ ਸਹਿੰਦਾ ਰਹਿੰਦਾ, ਔਰ ਪਰ ਇੱਕ ਦਿਨ ਆਉਂਦੀ ਹੈ ਜਦੋਂ ਹੱਦ ਪਾਰ ਹੋ ਜਾਂਦੀ ਹੈ, ਤਾਂ ਉਹ ਆਪਣੇ ਆਪ ਨੂੰ ਉਹਨਾਂ ਜ਼ੁਲਮਾਂ ਦੇ ਖਿਲਾਫ ਖੜਾ ਕਰ ਲੈਂਦਾ। ਸੋ ਇਫ ਆਈ ਐਮ ਰਾਈਟ, ਤਾਂ ਤੁਸੀਂ ਇਸ ਦੇ ਵਿੱਚ ਐਡ ਔਨ ਕਰ ਸਕਦੇ ਹੋ ਕਿ ਐਗਜ਼ੈਕਟਲੀ ਫਿਲਮ ਕੀ ਫਲੇਵਰ ਲੈ ਕੇ ਆ ਰਹੀ ਹੈ ਆਡੀਅנס ਲਈ। ਦੇਖੋ, ਇਟਸ ਫੁੱਲ ਆਫ ਐਂਟਰਟੇਨਮੈਂਟ, ਅ ਕੰਪਲੀਟ ਪੈਕੇਜ ਫॉर ਲਾਈਕ ਫੈਮਿਲੀ, ਜਿਹਦੇ 'ਚ ਬੱਚੇ ਵੀ ਆਪਦਾ ਇੱਕ ਮੈਸੇਜ ਲੈ ਕੇ ਜਾਣਗੇ, ਵੱਡੇ ਵੀ ਆਪਦਾ ਮੈਸੇਜ ਲੈ ਕੇ ਜਾਣਗੇ, ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਕੁਝ ਐਵੇਂ ਨਹੀਂ ਹੈਗਾ ਵੀ ਜਿਵੇਂ ਪੋਸਟਰ 'ਤੇ ਤੁਸੀਂ ਦੇਖ ਰਹੇ ਹੋ ਵੀ ਹੱਥ 'ਚ ਉਹ ਫੜੀ ਹੋਈ ਹੈ, ਤਲਵਾਰ ਫੜੀ ਹੈ, ਕੁਝ ਬਲੱਡ ਹੈ, ਕੁਝ ਵੀ ਸਪੈਲਡ ਆਊਟ ਹੈ। ਇਹੋ ਜਿਹਾ ਕੁਛ ਨਹੀਂ ਹੈ। ਇਟਸ ਅ ਫੈਮਿਲੀ ਮੂਵੀ, ਯੂ ਗਾਈਜ਼ ਕੈਨ ਗੋ। ਹਾਂ, ਅਸੀਂ ਜ਼ਿਆਦਾ ਫੋਕਸ ਚੇਤਾ ਸਿੰਘ ਦੇ ਉਹ ਪੋਰਸ਼ਨ 'ਤੇ ਦਿਖਾ ਰਹੇ ਹਾਂ, ਬਿਕੋਜ਼ ਦੈਟ ਇਜ਼ ਵੈਰੀ ਪਾਵਰਫੁਲ। ਜਿਹੜਾ ਹੁਣ ਅਸੀਂ ਟੀਜ਼ਰ 'ਚ ਵੀ ਦੇਖਿਆ, ਪੋਸਟਰ 'ਤੇ ਵੀ ਤੁਸੀਂ ਉਹੀ ਦੇਖ ਰਹੇ ਹੋ, ਬਟ ਉਹ ਉਸ ਤੋਂ ਇਲਾਵਾ ਇੱਕ ਬਹੁਤ ਇੰਪੋਰਟੈਂਟ ਜ਼ੋਨ ਮੂਵੀ 'ਚ ਹੋਰ ਵੀ ਦਿਖਾਇਆ ਗਿਆ ਹੈ, ਜਿਹਦੇ ਕਰਕੇ ਇਹ ਜ਼ੋਨ ਆਇਆ ਹੈ। ਸੋ ਇਟ ਇਜ਼ ਵੈਰੀ ਇੰਪੋਰਟੈਂਟ, ਜਦੋਂ ਲੋਕ ਦੇਖਣਗੇ ਦੇ ਵਿਲ ਬੀ ਸਰਪ੍ਰਾਈਜ਼ਡ ਵਾਚਿੰਗ ਦਿਸ। ਸੋ ਮੈਂ ਸਹੀ ਸੀਗਾ ਜੋ ਮੈਂ ਸਮਝਿਆ ਥੋੜਾ ਬਹੁਤਾ ਟੀਜ਼ਰ ਤੋਂ? ਹਾਂ, ਇਹ ਕਿਤੇ ਨਾ ਕਿਤੇ ਰਿਲੇਟੇਬਿਲਿਟੀ ਹੈਗੀ ਹੈ। ਰਾਈਟ। ਸੋ ਲਾਈਫ ਦੇ ਵਿੱਚ ਇੱਦਾਂ ਦੇ ਬਹੁਤ ਸਾਰੇ ਇੰਸਟੈਂਸ ਆਉਂਦੇ ਨੇ ਜਦੋਂ ਲਾਈਫ ਦੇ ਵਿੱਚ ਨਾ ਬੰਦਾ ਆਪਣੇ ਲਈ ਰਾਹ ਚੁਣਨ ਦੇ ਸਵਾਲ ਦੇ ਉੱਤੇ ਖੜਿਆ ਹੁੰਦਾ। ਕਦੀ ਤੁਹਾਡੀ ਲਾਈਫ 'ਚ ਵੀ ਇੱਦਾਂ ਦਾ ਕੋਈ ਸਵਾਲ ਆਇਆ ਸੀ ਜਦੋਂ ਤੁਸੀਂ ਰਾਹ ਚੁਣਨ ਦੇ ਮੋੜ ਦੇ ਉੱਤੇ ਖੜੇ ਸੀ? ਨਹੀਂ, ਫਿਲਹਾਲ ਤਾਂ ਐਸਾ ਨਹੀਂ ਹੈ, ਕੁਝ ਵੀ ਨਹੀਂ ਹੈ। ਤਾਂ ਬਹੁਤ ਟਿਪੀਕਲ ਤੇ ਟਫ ਜ਼ਿੰਦਗੀ ਦੀਆਂ ਚੀਜ਼ਾਂ ਨੇ। ਨਾਟ ਲਾਈਕ ਦੈਟ। ਸੋ ਕਦੀ ਫੈਸਲੇ ਲੈਣੇ ਹੁੰਦੇ ਜਦੋਂ ਅਸੀਂ
ਤੇ ਸਾਡੇ ਕੋਲੇ ਦੋ ਰਾਹ ਹੁੰਦੇ ਨੇ ਕਿ ਇਹ ਚੁਣਾ ਮੈਂ ਜਾਂ ਇਹ ਚੁਣਾ, ਸੋ ਇਦਾਂ ਦਾ ਕਦੀ ਕੁਛ ਆਇਆ? ਹਮੇ ਬਹੁਤ ਵਾਰੀ ਆਉਂਦਾ, ਇੱਕ ਵਾਰੀ ਨਹੀਂ ਆਉਂਦਾ। ਇਹੋ ਜਿਹੀ ਚੀਜ਼ਾਂ ਤਾਂ ਸਿਚੁਏਸ਼ਨ ਵੀ ਹੁਣ ਕੀ ਕੀਤਾ ਜਾਏ, ਵੀ ਇੱਧਰ ਜਾਇਆ ਜਾਏ ਕਿ ਇੱਧਰ ਜਾਇਆ ਜਾਏ। ਫਿਰ ਬਸ ਬਾਬਾ ਜੀ ਨੂੰ ਯਾਦ ਕਰ ਲਈਦਾ, ਬਾਬਾ ਜੀ ਦੱਸੋ, ਯੂ ਜਸਟ ਟੈਲ ਮੀ ਵਾਟ ਆਈ ਹੈਵ ਟੂ ਡੂ। ਫਿਰ ਕੁਛ ਨਾ ਕੁਛ ਇਨਸਟਿੰਕਟ ਆਉਂਦਾ, ਫਿਰ ਬੰਦਾ ਉਹ ਜਿਹਾ ਡਿਸੀਜਨ ਲੈ ਲੈਂਦਾ ਹੈ। ਇਰਵਿਨ, ਪੰਜਾਬੀ ਫਿਲਮਾਂ ਦੇ ਵਿੱਚ ਕਿਵੇਂ ਸ਼ੁਰੂਆਤ ਹੋਈ ਜਾਂ ਕਿਵੇਂ ਤੁਹਾਨੂੰ ਲੱਗਿਆ ਕਿ ਤੁਹਾਨੂੰ ਐਕਟਿੰਗ ਦੇ ਵਿੱਚ ਜਾਣਾ ਚਾਹੀਦਾ? ਇਹ ਤਾਂ ਪਤਾ ਨਹੀਂ, ਇੱਕ ਮੋਮੈਂਟਮ ਜਿਹਾ ਬਣ ਗਿਆ। ਫਾਦਰ ਸਾਹਿਬ ਸ਼ੁਰੂ ਤੋਂ ਬਹੁਤ ਜ਼ਿਆਦਾ ਇਨਵੋਲਵਡ ਸੀਗੇ, ਲਾਈਕ ਯੂ ਨੋ ਐਵਰੀਥਿੰਗ ਅਬਾਊਟ ਬਾਲੀਵੁੱਡ ਮੂਵੀਜ਼, ਇਨਫੈਕਟ ਹਾਲੀਵੁੱਡ ਵੀ। ਮਤਲਬ ਅਸੀਂ ਛੋਟੇ ਹੁੰਦੇ ਤੋਂ ਬਹੁਤ ਫਿਲਮਾਂ ਦੇਖੀਆਂ ਨੇ। ਮਤਲਬ ਇਨਫੈਕਟ ਸਾਡੇ ਘਰ ਵੀ ਐਂ ਲੱਗਿਆ ਸੀ ਵੀ ਕੋਈ ਫਿਲਮ ਹੀ ਚੱਲੀ ਜਾਂਦੀ ਹੈ। ਨੋਬਡੀ ਵਾਸ ਨੋਰਮਲ, ਆਈ ਮੀਨ ਮਾਈ ਡੈਡ, ਮਾਈ ਬ੍ਰਦਰ, ਐਵਰੀਬਡੀ। ਫਿਰ ਜਦੋਂ ਅੰਗਦ ਮੇਰਾ ਬ੍ਰਦਰ ਬੰਬੇ ਗਿਆ, ਦੈਨ ਆਈ ਰਿਅਲਾਈਜ਼ਡ ਕਿ ਠੀਕ ਹੈ ਵੀ ਯੂ ਲਵ ਡਾਂਸਿੰਗ, ਯੂ ਲਵ ਸਿੰਗਿੰਗ, ਠੀਕ ਹੈ, ਤੈਨੂੰ ਥੋੜ੍ਹਾ ਜਿਹਾ ਫੈਸ਼ਨ ਇੰਡਸਟਰੀ ਵੀ ਯੂ ਲਵ ਇਟ, ਥੋੜ੍ਹਾ ਗਲੈਮਰ ਵੀ ਹੈ ਜੀ। ਤਾਂ ਫਿਰ ਆਈ ਵਾਜ਼ ਲਾਈਕ ਚਲੋ ਲੈਟਸ ਟਰਾਈ ਇਟ। ਮੇਰਾ ਕੋਈ ਪੈਸ਼ਨ ਕੁਛ ਹੋ ਜਾ ਸੀਰੀਅਸਲੀ ਨਹੀਂ ਸੀਗਾ, ਬਟ ਵੈਨ ਆਈ ਗੈਟ ਇਨਵੋਲਵਡ ਇਨ ਦਿਸ ਥਿੰਗ, ਕਿਉਂਕਿ ਮੈਂ ਆਰਟ ਨੂੰ ਸ਼ੁਰੂ ਤੋਂ ਪਿਆਰ ਕਰਦੀ ਸੀ। ਐਂਡ ਅਗੇਨ ਐਕਟਿੰਗ ਇਜ਼ ਅ ਫਾਰਮ ਆਫ ਆਰਟ। ਤੇ ਆਰਟ ਇੱਕ ਆਰਟ ਦਾ ਪਾਰਟ ਹੋ ਕੇ, ਚਾਹੇ ਉਹ ਕ੍ਰੀਏਟਿਵਿਟੀ ਕਿਸੇ ਚੀਜ਼ 'ਤੇ ਡਰਾਇੰਗ ਕਰਨੀ ਹੋਏ, ਅਗੇਨ ਇਟ ਇਜ਼ ਐਨ ਆਰਟ। ਤੁਸੀਂ ਡਾਂਸ ਕਰਨਾ ਉਹ ਵੀ ਆਰਟ ਹੈ। ਉਹ ਚੀਜ਼ਾਂ ਮੇਰੇ ਅੰਦਰ ਸ਼ੁਰੂ ਤੋਂ ਸੀਗੀਆਂ, ਠੀਕ ਹੈ। ਸੋ ਵੈਨ ਆਈ ਰਿਅਲਾਈਜ਼ਡ ਕਿ ਚਲੋ ਐਕਟਿੰਗ ਅਗੇਨ ਇਜ਼ ਐਨ ਆਰਟ, ਜਦੋਂ ਮੈਂ ਉਸ ਚੀਜ਼ ਨੂੰ ਪਰਫੋਰਮ ਕੀਤਾ ਮੈਨੂੰ ਬਿਲਕੁਲ ਵੀ ਔਕਵਰਡ ਨਹੀਂ ਲੱਗਿਆ, ਤੇ ਮੈਨੂੰ ਲੱਗਿਆ ਵੀ ਯੈਸ ਦਿਸ ਇਜ਼ ਵਾਟ ਆਈ ਕੈਨ ਡੂ ਫਿਰ ਹੋਲ ਮਾਈ ਲਾਈਫ। ਬਿਕਾਜ਼ ਪਾਪਾ ਸ਼ੁਰੂ ਤੋਂ ਹੀ ਚਾਹੁੰਦੇ ਸੀ ਕਿ ਵੀ ਇਰਵਿਨ ਵੀ ਕਿਸੇ ਦੇ ਅੰਡਰ ਰਹਿ ਕੇ ਕੰਮ ਨਹੀਂ ਕਰਨਾ, ਮਤਲਬ ਡੋਂਟ ਗੋ ਵਿਦ ਦੈਟ ਗੁਲਾਮੀ ਵਾਲੀ ਚੀਜ਼, ਵੀ ਸਾਰੀ ਜ਼ਿੰਦਗੀ ਬੰਦੇ ਦੀ ਉੱਥੇ ਫਸ ਕੇ ਰਹਿ ਜਾਂਦੀ ਹੈ। ਕਹਿੰਦੇ ਵੀ ਇਹੋ ਜਿਹਾ ਕੋਈ ਫੀਲਡ ਚੂਜ਼ ਕਰੋ ਜਿਹਦੇ 'ਚ ਬੰਦਾ ਸਾਰੀ ਜ਼ਿੰਦਗੀ ਆਜ਼ਾਦ ਘੁੰਮੇ, ਜਿੱਥੇ ਮਰਜ਼ੀ ਘੁੰਮੋ, ਜਿੱਥੇ ਮਰਜ਼ੀ ਸ਼ੂਟ ਕਰੋ, ਅਲੱਗ-ਅਲੱਗ ਲੋਕੇਸ਼ਨਸ 'ਤੇ ਜਾਓ, ਗਰੁੱਪ 'ਚ ਰਹੋ, ਵੀ ਜ਼ਿੰਦਗੀ ਵੈਸੇ ਹੀ ਡਬਲ ਹੋ ਜਾਏ। ਆਈ ਥਿੰਕ ਮੈਨੂੰ ਲੱਗਦਾ ਹੈ ਕਿ ਐਕਟਰਸ ਦੀ ਬੈਸਟ ਚੀਜ਼ ਜਾਂ ਫਿਰ ਕ੍ਰੀਏਟਿਵ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਬੈਸਟ ਚੀਜ਼ ਇਹ ਹੁੰਦੀ ਹੈ ਕਿ ਉਹਨਾਂ ਦੀ ਲਰਨਿੰਗ ਕਦੀ ਖਤਮ ਨਹੀਂ ਹੁੰਦੀ, ਔਰ ਉਹ ਚੀਜ਼ ਉਹਨਾਂ ਨੂੰ ਵੱਡਾ ਬਣਾਉਂਦੀ ਹੈ। ਇੱਕ ਆਮ ਜ਼ਿੰਦਗੀ ਜਿੰਦੇ ਹੋਏ ਸ਼ਾਇਦ ਅਸੀਂ ਇੱਕ ਹੱਦ ਤੱਕ ਚੀਜ਼ਾਂ ਨੂੰ ਲਰਨ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਰੁਕ ਜਾਂਦੇ ਹਾਂ, ਪਰ ਇੱਥੇ ਲਰਨਿੰਗ ਚੱਲਦੀ ਰਹਿੰਦੀ ਹੈ। ਬਿਲਕੁਲ। ਦਿਲੀਪ ਕੁਮਾਰ ਸਰ ਨੇ ਵੈਨ ਹੀ ਵਾਜ਼ ਇਨ ਹਿਸ ਡੈਥ ਬੈਡ, ਉਦੋਂ ਵੀ ਉਹਨਾਂ ਨੇ ਕਿਹਾ ਸੀ ਮੈਂ ਅੱਜ ਵੀ ਸਿੱਖ ਰਿਹਾ। ਦੈਟ ਵਾਜ਼ ਵੈਰੀ ਪਾਵਰਫੁਲ। ਮਤਲਬ ਹੀ ਇਜ਼ ਸਮਬਡੀ ਜਿਹਨੂੰ ਆਪਾਂ ਕਹਿ ਦਿੰਦੇ ਵੀ ਫਾਦਰਸ ਫॉर ਦ ਫਿਲਮ ਇੰਡਸਟਰੀ, ਹੈ ਨਾ। ਉਹਨਾਂ ਨੇ ਵੀ ਇਹ ਗੱਲ ਕਹੀ ਸੀ। ਤਾਂ ਹਰ ਇੱਕ ਇਨਸਾਨ ਇਕੱਲਾ ਕੋਈ ਕਿਸੇ ਸਪੈਸੀਫਿਕ ਕੰਮ ਵਾਸਤੇ ਨਹੀਂ, ਸਾਰੀ ਜ਼ਿੰਦਗੀ ਕੋਈ ਇੱਕ ਨੋਰਮਲ ਇਨਸਾਨ ਵੀ ਕੁਛ ਵੀ ਹਰ ਸੈਕਿੰਡ ਹਰ ਦਿਨ ਕੁਛ ਨਾ ਕੁਛ ਸਿੱਖਦਾ ਹੀ ਹੈ। ਬਿਲਕੁਲ। ਇਰਵਿਨ, ਤੁਸੀਂ ਗੱਲ ਕੀਤੀ ਕਿ ਤੁਸੀਂ ਆਰਟ ਨੂੰ ਪਿਆਰ ਕਰਦੇ ਸੀ ਔਰ ਐਕਟਿੰਗ ਵੀ ਇੱਕ ਆਰਟ ਹੈ, ਤਾਂ ਤੁਸੀਂ ਇੱਧਰ ਨੂੰ, ਤੁਹਾਡਾ ਇੰਸਟਾਗ੍ਰਾਮ ਵੀ ਇਹ ਚੀਜ਼ ਦੱਸਦਾ ਹੈ, ਬਹੁਤ ਸਾਰੀ ਇੱਦਾਂ ਦੀ ਆਰਟਿਸਟਿਕ ਚੀਜ਼ਾਂ ਅਸੀਂ ਦੇਖਦੇ ਹਾਂ ਕਿ ਤੁਸੀਂ ਸ਼ੇਅਰ ਕਰਦੇ ਹੋ। ਜਿੱਥੇ ਮੈਂ ਫਿਲਮਾਂ ਦੀ ਗੱਲ ਕਰਾਂ, ਤੁਹਾਡੇ ਹਿੱਸੇ ਜਿਹੜੀਆਂ ਫਿਲਮਾਂ ਆਈਆਂ ਨੇ ਉਹਨਾਂ ਦੇ ਵਿੱਚ ਐਕਚੁਅਲੀ ਮੈਨੂੰ ਆਰਟ ਨਜ਼ਰ ਆਉਂਦਾ ਹੈ, ਕਿਉਂਕਿ ਉੱਥੇ ਕੈਰੈਕਟਰਸ ਨੂੰ ਬਿਆਨ ਕੀਤਾ ਜਾ ਰਿਹਾ ਹੈ, ਉਹਨਾਂ ਦੀ ਜ਼ਿੰਦਗੀ ਨੂੰ, ਉਹ ਜ਼ਿੰਦਗੀ ਦੇ ਉਹ ਪਹਿਲੂ ਦਿਖਾਏ ਜਾ ਰਹੇ ਜਿਹਦੇ ਵੱਲ ਆਮ ਤੌਰ ਦੇ ਉੱਤੇ ਸ਼ਾਇਦ ਕਿਸੇ ਦਾ ਧਿਆਨ ਨਾ ਗਿਆ ਹੋਵੇ। ਤਾਂ ਕੀ ਇਹ ਤੁਹਾਡਾ ਪਲਾਨ ਸੀਗਾ ਕਿ ਮੈਂ ਕੁਝ ਇੱਦਾਂ ਦੇ ਮੈਥਡਸ ਦੇ ਉੱਤੇ ਜਾਂ ਇੱਦਾਂ ਦੇ ਟੌਪਿਕਸ ਦੇ ਉੱਤੇ ਫਿਲਮਾਂ ਜਿਹੜੀਆਂ ਬਣਨਗੀਆਂ ਉਹ ਚੂਜ਼ ਕਰਾਂਗੀ, ਜਾਂ ਫਿਰ ਇਹ ਬਾਈ ਚਾਂਸ ਹੋਇਆ? ਇਹ ਤਾਂ ਸੱਚੀ ਗੋਡਸ ਗ੍ਰੇਸ ਆਈ ਮਸਟ ਸੇ, ਕਿਉਂਕਿ ਜਦੋਂ ਤੱਕ ਮੈਂ ਫਿਲਮ ਇੰਡਸਟਰੀ 'ਚ ਆਈ ਸੀਗੀ, ਜਦੋਂ ਮੈਂ ਸਟਾਰਟ ਕੀਤਾ ਸੀਗਾ ਕੰਮ ਸਿੱਖਣਾ, ਵਾਰਨਿੰਗ ਨੇ ਆ ਕੇ ਟ੍ਰੈਂਡ ਚੇਂਜ ਕੀਤਾ ਸੀਗਾ, ਐਂਡ ਆਈ ਵਾਜ਼ ਅ ਪਾਰਟ ਆਫ ਵਾਰਨਿੰਗ ਟੂ ਬੀ ਫਰੈਂਕ। ਉਸ ਤੋਂ ਪਹਿਲਾਂ ਸ਼ਰੀਕ ਆਈ ਜਾਂ ਕੁਛ ਵੀ, ਕਿਤੇ ਨਾ ਕਿਤੇ ਦੇਵਰ ਲਾਈਕ ਠੀਕ ਹੈ ਜ਼ੋਨ ਆਫ ਪੰਜਾਬ, ਬਟ ਵਾਰਨਿੰਗ ਸੱਚੀ ਬਹੁਤ ਹੀ ਬਾਹਰਲਾ ਪ੍ਰੋਡਕਟ ਸੀਗਾ। ਤੇ ਇਹ ਤਾਂ ਮਤਲਬ ਉਹੀ ਗੱਲ ਹੈ ਵੀ ਬਾਬਾ ਜੀ ਨੇ, ਰੱਬ ਨੇ ਉਹੀ ਪਹਿਲਾਂ ਹੀ ਤੁਹਾਡੀ ਝੋਲੀ ਪਾ ਕੇ ਭੇਜਿਆ ਹੋਇਆ ਵੀ ਤੁਸੀਂ ਇਹੋ ਜਿਹੀਆਂ ਚੀਜ਼ਾਂ ਕਰਨੀਆਂ। ਹੁਣ ਵੀ ਅੱਗੇ ਵੀ ਮੈਨੂੰ ਕੋਈ ਓਪਰਚੁਨਿਟੀਜ਼ ਜਾਂ ਆਫਰਸ ਆਉਂਦੇ ਨੇ, ਮੈਨੂੰ ਉਹੋ ਜਿਹਾ ਕੁਛ ਹੀ ਕੰਟੈਂਟ ਆਉਂਦਾ ਵਿਚ ਆਈ ਆਲਵੇਜ਼ ਐਪਰੀਸ਼ੀਏਟ। ਅੱਛਾ, ਇਹ ਤੇ ਚੀਜ਼ ਹੁੰਦੀ ਵੀ ਹੈ ਨਾ, ਇੱਕ ਚੇਨ ਬਣ ਜਾਂਦੀ ਹੈ ਕਿ ਤੁਸੀਂ ਜਿੱਦਾਂ ਦੇ ਸਬਜੈਕਟਸ ਦੇ ਉੱਤੇ ਪਹਿਲਾਂ ਕੰਮ ਕੀਤਾ ਤਾਂ ਤੁਹਾਨੂੰ ਡਾਇਰੈਕਟਰਸ ਵੀ ਦੇਖਦੇ ਨੇ, ਓਬਜ਼ਰਵ ਕਰਦੇ ਨੇ ਕਿ ਯਾਰ ਬਹੁਤ ਅੱਛਾ ਕੀਤਾ ਸੀ। ਸੋ ਜਦੋਂ ਵਾਰਨਿੰਗ ਦੇ ਵਿੱਚ ਅੱਛਾ ਕੀਤਾ, ਜਦੋਂ ਸ਼ਰੀਕ ਦੇ ਵਿੱਚ ਅੱਛਾ ਕੀਤਾ, ਤਾਂ ਸਭ ਨੂੰ ਲੱਗਦਾ ਕਿ ਯਾਰ ਇੱਦਾਂ ਦੇ ਐਕਟਸ ਦੇ ਲਈ ਜਿਹੜਾ ਇਰਵਿਨ ਸਿਲੈਕਟ ਕੀਤੀ ਜਾ ਸਕਦੀ, ਜਿੱਥੇ ਇੱਕ ਕਲਾਸ ਨੂੰ ਪ੍ਰੈਜ਼ੈਂਟ ਕਰਨਾ ਹੈ ਨਾ, ਉਹ ਕਿਹੜਾ ਕੈਰੈਕਟਰ ਹੈ ਉਸ ਦੀ ਲਾਈਫ ਨੂੰ ਪ੍ਰੈਜ਼ੈਂਟ ਕਰਨਾ। ਸੋ ਇਰਵਿਨ, ਇਸ ਤੋਂ ਇਲਾਵਾ ਅਗਰ ਮੈਂ ਦੇਖਾਂ ਤਾਂ ਕਮਰਸ਼ੀਅਲ ਸਿਨੇਮਾ ਥੋੜ੍ਹਾ ਡਿਫਰੈਂਟ ਹੁੰਦਾ ਹੈ। ਇਹ ਤਾਂ ਹੋ ਗਿਆ ਕਿ ਅੱਜ ਜਿਹੜੇ ਇੱਦਾਂ ਦੇ ਲੁਕੇ ਹੋਏ ਸਬਜੈਕਟ ਸੀਗੇ, ਜਾਂ ਕਹਿ ਲਓ ਕਿ ਇੱਕ ਮਾਸ ਸਬਜੈਕਟ ਸੀਗੇ, ਉਹਨਾਂ ਨੂੰ ਲੋਕੀ ਐਕਸੈਪਟ ਕਰਨ ਲੱਗ ਗਏ। ਪਰ ਕਿਸੇ ਟਾਈਮ ਹੁੰਦਾ ਸੀ ਸਿਰਫ ਸ਼ਾਈਨਿੰਗ ਸਟਾਰਸ ਸੀ, ਉਹ ਹੀਰੋਇਜ਼ਮ ਸੀਗਾ, ਉਹ ਜ਼ਿਆਦਾ ਹਾਵੀ ਸੀ। ਕਰੈਕਟ। ਤਾਂ ਇਹ ਲੱਕੀਲੀ ਹੋਇਆ ਕਿ ਉੱਦਾਂ ਦਾ ਸਿਨੇਮਾ ਜਿਹੜਾ ਹੁਣ ਲੋਕ ਪਸੰਦ ਕਰਦੇ ਆ। ਤੁਸੀਂ ਇਸ ਚੇਂਜ ਨੂੰ ਕਿਵੇਂ ਦੇਖਦੇ ਹੋ? ਤੁਹਾਡੀ ਓਪੀਨੀਅਨ 'ਚ ਕੀ ਹੈ? ਬਹੁਤ ਵੱਡਾ ਚੇਂਜ ਹੈ। ਆਈ ਮੀਨ ਕਿੱਡੇ ਵੱਡੇ ਹੀਰੋਜ਼ ਦਾ ਇੱਕ ਵਾਰੀ ਲੋਕ ਲੱਗ ਗਿਆ ਸੀਗਾ ਵੀ ਆ
ਆਈ ਮੀਨ ਜੇ ਤੁਹਾਨੂੰ ਐਕਟਿੰਗ ਆਉਂਦੀ ਹੈ ਤਾਂ ਤੁਸੀਂ ਪੋਪੂਲਰ ਹੋ ਸਕਦੇ ਹੋ ਜਾਂ ਤਾਂ ਤੁਹਾਨੂੰ ਲੋਕ ਤੁਹਾਡੀ ਮੂਵੀ ਨੂੰ ਹਿੱਟ ਕਰਨਗੇ, ਅਦਰਵਾਈਜ਼ ਤੁਸੀਂ ਸਿਰਫ ਤੁਹਾਡੇ ਹੀਰੋਇਜ਼ਮ ਕਰਕੇ ਤੁਹਾਡੀ ਮੂਵੀ ਨਹੀਂ ਚੱਲੇਗੀ। ਇਹ ਚੀਜ਼ ਹੋ ਗਈ ਹੈ ਨਾ। ਯਾ ਆਈ ਮੀਨ ਇਹ ਬਹੁਤ ਵੱਡਾ ਚੇਂਜ ਹੋਇਆ ਹੈ, ਭਾਵੇਂ OTTs ਆਉਣ ਕਰਕੇ ਹੋਇਆ, ਭਾਵੇਂ ਲੋਕਾਂ ਦੀ ਰਿਅਲਾਈਜੇਸ਼ਨ ਕਰਕੇ ਹੋਇਆ ਕਿ ਐਕਟਿੰਗ ਕੀ ਹੁੰਦੀ ਹੈ। ਆਈ ਮੀਨ ਲੋਕ ਹੋਰ ਐਕਸਪਲੋਰ ਕਰਨ ਲੱਗੇ, ਹੋਰ ਪਤਾ ਲੱਗਣ ਲੱਗ ਗਿਆ ਉਹਨਾਂ ਨੂੰ। ਹੁਣ ਜਿਵੇਂ ਨਵਾਜ਼ੁਦੀਨ ਸਿੱਦੀਕੀ ਗੋਟ ਅ ਹਿੱਟ, ਹੀ ਇਜ਼ ਅ ਹੀਰੋ ਰਾਈਟ ਨਾਓ, ਬਟ ਹੀ ਵਾਜ਼ ਨੈਵਰ ਅ ਫੇਸ ਆਫ ਅ ਹੀਰੋ, ਹੈ ਨਾ। ਲੋਕਾਂ ਨੂੰ ਸਮਝ ਹੀ ਨਹੀਂ ਹੋਗੀ, ਲੋਕ ਆਡੀਅੰਸ ਇੰਨੀ ਚਲਾਕ ਹੋ ਗਈ ਹੈ ਕਿ ਯਾਰ ਇਹ ਤਾਂ ਬੇਕਾਰ ਮੂਵੀਜ਼ ਤੋਂ ਛੋੜੋ, ਇਹ ਨਹੀਂ ਚੱਲੇਗੀ। ਬਟ ਹੁਣ ਜਜਮੈਂਟ ਵੀ ਜ਼ਿਆਦਾ ਹੋ ਗਈ। ਹਾਂ ਬਹੁਤ ਕਿਤੇ ਨਾ ਕਿਤੇ ਉਸ ਚੀਜ਼ ਦੀ ਥੋੜੀ ਜਿਹੀ ਨੈਗੇਟਿਵ ਸ਼ੇਡ ਵੀ ਹੈ, ਕਿਉਂਕਿ ਕਈ ਵਾਰੀ ਆਪਾਂ ਉਹ ਕਦੀ ਚੰਗੀ ਚੀਜ਼ ਨੂੰ ਵੀ ਇਗਨੋਰ ਕਰ ਦਿੰਦੇ ਹਾਂ ਸਿਰਫ ਜਜਮੈਂਟ ਦੇ ਚੱਕਰ 'ਚ। ਹਾਂ ਬਟ ज़्यादा पॉजिटिव साइड्स ने बिकॉज बहुत आर्टिस्ट ਨੂੰ अपॉर्चुनिटीज़ मिली है काम करने ਦੀ। ਔਰ ਮਜ਼ੇ ਦੀ ਗੱਲ ਇਹ ਹੈ ਕਿ ਹੁਣ ਪੰਜਾਬੀ ਸਿਨੇਮਾ ਵੀ ਜਿਹੜਾ ਨਾ ਉਸ ਤਰੀਕੇ ਦੇ ਫਿਲਮ ਸਬਜੈਕਟਸ ਦੇ ਉੱਤੇ ਜਾਂ ਉੱਦਾਂ ਦੀ ਸੱਚਾਈਆਂ ਨੂੰ ਬਿਆਨ ਕਰਨ ਦੇ ਲਈ ਇਨੀਸ਼ੀਏਟਿਵ ਲੈ ਰਿਹਾ, ਔਰ ਉਹ ਇਨੀਸ਼ੀਏਟਿਵ ਜਿਹੜਾ ਹੈਗਾ ਉਹ ਦਰਸ਼ਕਾਂ ਦੇ ਸਿਰ ਦੇ ਉੱਤੇ ਲਿਆ ਜਾ ਸਕਦਾ ਹੈ। ਜੇ ਦਰਸ਼ਕ ਉਸ ਨੂੰ ਹੁੰਗਾਰਾ ਦੇ ਰਹੇ ਨੇ, ਐਕਸੈਪਟ ਕਰ ਰਹੇ ਨੇ, ਤਾਂ ਹੀ ਜਿਹੜੇ ਪ੍ਰੋਡਿਊਸਰਸ ਨੇ ਜਿਵੇਂ ਸੁਮਿਤ ਭਾਜੀ ਨੇ, ਹੈ ਨਾ, ਉਹ ਬਹੁਤ ਜਿਹੜਾ ਹਮੇਸ਼ਾ ਦਿਲ ਜਾਨ ਲਗਾ ਕੇ ਜਿਹੜਾ ਆਪਣੀ ਫਿਲਮਸ ਨੂੰ ਪ੍ਰੋਡਿਊਸ ਕਰਦੇ ਨੇ। ਔਰ ਸੁਮਿਤ ਸਿੰਘ ਜੋ ਸਾਗਾ ਹਿੱਟਸ ਤੋਂ ਨੇ, ਔਰ ਹਮੇਸ਼ਾ ਇੱਕ ਵੱਖਰੇ ਸਬਜੈਕਟਸ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਆ ਔਰ ਨਵੇਂ ਲੋਕਾਂ ਨੂੰ ਵੀ ਮੌਕਾ ਦਿੰਦੇ ਆ। ਜੇ ਆਡੀਅנס ਰਿਸਪੌਂਡ ਨਹੀਂ ਕਰਦੀ ਤਾਂ ਸ਼ਾਇਦ ਮੁਸ਼ਕਲ ਹੋ ਜਾਂਦਾ ਹੈ। ਇਹ ਕੁਝ ਟਾਈਮ ਪਹਿਲਾਂ ਇੱਦਾਂ ਦੀਆਂ ਫਿਲਮਾਂ ਨੂੰ ਰਿਸਪੌਂਡ ਨਹੀਂ ਮਿਲਦਾ ਹੁੰਦਾ ਸੀਗਾ, ਤਾਂ ਉਹ ਆਰਟ ਕਿਤੇ ਨਾ ਕਿਤੇ ਲੁਕਿਆ ਸੀ। ਸੋ ਇੱਕ ਅਸੀਂ ਇਹ ਕਹਿ ਸਕਦੇ, ਓ ਮਾਈ ਗॉड ਮੇਰਾ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਸੋ ਅਸੀਂ ਇਹ ਕਹਿ ਸਕਦੇ ਕਿ ਇੱਕ ਚੰਗਾ ਮੌਕਾ ਹੈ। ਤੁਹਾਨੂੰ ਕੁਝ ਹੋਰ ਵੀ ਅਗਰ ਗਲੈਮਰਸ ਕੈਰੈਕਟਰਸ ਮਿਲਦੇ ਨੇ, ਕੀ ਤੁਸੀਂ ਉਹਨਾਂ ਨੂੰ ਵੀ ਪਸੰਦ ਕਰੋਗੇ? ਹਾਂਜੀ, ਮੇਰੇ ਹੁਣੇ ਸਾਡੇ ਇੱਕ ਮੂਵੀ ਦਾ ਰੈਪ ਅਪ ਹੋਇਆ ਸੀ, ਮਹੀਨਾ ਹੋ ਗਿਆ, ਭੋਲੇ ਹੋਏ ਦਾ ਅਸੀਂ ਸ਼ੂਟ ਕੀਤਾ ਸੀਗਾ। ਉਹਦੇ 'ਚ ਮੇਰਾ ਪ੍ਰੋਪਰ ਇੱਕ ਗਲੈਮਰਸ ਕੁੜੀ ਦਾ ਕੈਰੈਕਟਰ ਹੈ। ਸੋ ਠੀਕ ਹੈ, ਆਰਟਿਸਟ ਆ, ਕਦੀ ਇੱਕ ਜ਼ੋਨ 'ਤੇ ਅੜ ਨਹੀਂ ਸਕਦੇ, ਵਰਸਟਾਈਲ ਹੋਣਾ ਬਹੁਤ ਜ਼ਰੂਰੀ ਹੈ। ਦੈਟ ਇਜ਼ ਵਾਈ ਯੂ ਆਰ ਐਨ ਆਰਟਿਸਟ। ਅਗਰ ਤੁਸੀਂ ਇੱਕ ਹੀ ਕੈਰੈਕਟਰ 'ਤੇ ਸਟਕ ਹੋ ਗਏ, ਦੈਟ ਮੀਨਸ ਯੂ ਆਰ ਨਾਟ ਐਨ ਆਰਟਿਸਟ, ਯੂ ਆਰ ਦ ਰੀਅਲ ਪਰਸਨ ਇਨ ਅ ਰੀਅਲ ਲਾਈਫ। ਤੁਸੀਂ ਹੋ ਜਿਹੀ ਹੋ, ਜੇ ਤੁਸੀਂ ਵਰਸਟਾਈਲ ਹੋ ਦੈਨ ਯੂ ਆਰ ਪਰਫੋਰਮਿੰਗ, ਰਾਈਟ। ਹਾਂ, ਸੋ ਮੀਨ ਇਟ ਇਜ਼ ਗੁੱਡ, ਡਿਫਰੈਂਟ ਚੀਜ਼ਾਂ ਮਿਲੀਆਂ। ਅੱਛਾ, ਇੱਕ ਪਰਸਨਲ ਚੀਜ਼ ਪੁੱਛਦਾ, ਜਿਵੇਂ ਕਦੀ ਆਪਾਂ ਡਰੀਮ ਕਰਦੇ ਹੁੰਦੇ ਨਾ ਕਿ ਆਪਾਂ ਲਾਈਫ 'ਚ ਇਹ ਚੀਜ਼, ਖੈਰ ਤੁਸੀਂ ਤਾਂ ਕਿਹਾ ਕਿ ਐਕਟਿੰਗ ਦਾ ਇੰਨਾ ਕੁਝ ਪੱਕਾ ਨਹੀਂ ਸੀ, ਬਟ ਜਦੋਂ ਸੁਪਨੇ ਲੈਣੇ ਸ਼ੁਰੂ ਕਰਤੇ ਸੀ ਜਾਂ ਸੋਚਣਾ ਸ਼ੁਰੂ ਕਰਤਾ ਸੀ ਵੀ ਲੈਟਸ ਡੂ ਇਟ, ਐਕਟਿੰਗ ਕਰਨੀ ਹੈ ਜਾਂ ਕੁਝ, ਤਾਂ ਜਦੋਂ ਪਹਿਲਾ ਮੌਕਾ ਹੁੰਦਾ ਹੈ ਔਨ ਸੈੱਟ ਜਾਣਾ ਹੈ, ਅਗਲੇ ਦਿਨ ਸ਼ੂਟ ਹੈ, ਤਾਂ ਰਾਤ ਨੂੰ ਮੈਨੂੰ ਐਂ ਲੱਗਦਾ ਕਿ ਜਦੋਂ ਵੀ ਇੱਦਾਂ ਦੇ ਕੁਝ ਕੰਮ ਕਰ ਰਹੇ ਹੁੰਦੇ ਰਾਤੀ ਨੀਂਦ ਨਹੀਂ ਆਉਂਦੀ। ਸੋ ਉਹ ਸਵੇਰ ਵਾਲੇ ਸੀਨ ਦਿਖਦੇ ਰਹਿੰਦੇ ਆ। ਤੁਹਾਡੇ ਲਈ ਉਹ ਮੂਮੈਂਟ ਫਸਟ ਕੀ ਸੀਗੀ ਜਦੋਂ ਤੁਸੀਂ ਔਨ ਸੈੱਟ ਜਾਣਾ ਸੀ, ਜਾਂ ਤੁਸੀਂ ਆਪਣੇ ਲਈ ਕੀ ਇਮੈਜਿਨ ਕਰ ਰਹੇ ਸੀ ਕਿ ਕੱਲ ਮੈਂ ਐਂ ਕਰਾਂਗੀ ਜਾਂ ਇੱਦਾਂ ਕਰਾਂਗੀ ਜਾਂ ਉੱਦਾਂ ਕਰਾਂਗੀ? ਮੈਨੂੰ ਜੈਨੂਇਨਲੀ ਨਾ ਬਿਲਕੁਲ ਕੁਝ ਵੀ ਯਾਦ ਨਹੀਂ ਹੈ। ਆਈ ਮੀਨ ਅੱਛਾ, ਮੈਂ ਮਤਲਬ ਇਟਸ ਲਾਈਕ ਕੋਈ ਉਹ ਜਿਹਾ ਫੀਲਿੰਗ ਮੈਂ ਪਰਸਨਲੀ ਨਹੀਂ ਹੋਈ। ਓਕੇ, ਠੀਕ ਹੈ, ਮੇ ਵੀ ਹੁੰਦਾ ਹੋਏਗਾ ਕਿਸੇ ਨੂੰ, ਹਰ ਇੱਕ ਇਨਸਾਨ ਦੀ ਅਲੱਗ ਫੀਲਿੰਗ ਹੁੰਦੀ ਹੈ, ਪਤਾ ਨਹੀਂ ਕਿਉਂ, ਪਰ ਮੈਨੂੰ ਜਮਾ ਹੀ ਕਦੀ ਵੀ ਆਇਆ। ਤੁਹਾਡਾ ਕੀ ਸੀ? ਇਟ ਵਾਜ਼ ਜਸਟ ਲਾਈਕ ਠੀਕ ਹੈ ਲੈਟਸ ਗੋ ਫॉर ਸ਼ੂਟ, ਚਲੋ ਠੀਕ ਹੈ ਕੰਮ ਕਰ ਰਿਹਾ। ਇਟਸ ਲਾਈਕ ਉਹੀ ਮੈਂ ਤੁਹਾਨੂੰ ਕਹਿ ਰਹੀ ਨਾ ਵੀ ਇੱਕ ਟਾਈਮ ਤੱਕ ਸਿਰਫ ਇੱਕ ਟਰਾਇਲ ਸੀਗਾ, ਬਾਅਦ 'ਚ ਪੈਸ਼ਨ ਬਣਿਆ। ਸੋ ਸ਼ਾਇਦ ਅਗਰ ਉਹ ਸ਼ੁਰੂ ਤੋਂ ਪੈਸ਼ਨ ਹੁੰਦਾ ਵੀ ਵਾਓ ਮੈਂ ਸਕਰੀਨ 'ਤੇ ਜਾਣਾ, ਤਾਂ ਸ਼ਾਇਦ ਮੈਨੂੰ ਰਾਤ ਨੂੰ ਨੀਂਦ ਨਾ ਆਉਂਦੀ। ਬਟ ਮੈਂ ਉਸ ਚੀਜ਼ ਨੂੰ ਬਹੁਤ ਕੈਜੂਅਲੀ ਲਿਆ ਪਹਿਲਾਂ, ਬਟ ਐਵੇਂ ਦੀ ਗੱਲ ਨਹੀਂ। ਦੈਨ ਆਈ ਲਰਨਡ ਆਲਸੋ, ਜਦੋਂ ਉਸ ਚੀਜ਼ ਦੀ ਸਿੰਸੀਅਰਿਟੀ ਵੀ ਵਧੀ, ਕੰਮ ਵੀ ਆਪਦੇ ਤਰਫੋਂ 100% ਦੇਣ ਦੀ ਹਰ ਵਾਰੀ ਕੋਸ਼ਿਸ਼ ਹੁੰਦੀ, ਹਰ ਇਨਸਾਨ ਹੀ ਦਿੰਦਾ। ਆਈ ਮੀਨ ਇਟਸ ਨਾਟ ਦੈਟ ਆਈ ਐਮ ਨਾਟ ਲੋਇਲ ਟੂ ਮਾਈ ਵਰਕ, ਬਟ ਹਾਂ ਫਰੋਮ ਦ ਵੈਰੀ ਬਿਗਨਿੰਗ ਆਈ ਵਾਜ਼ ਨਾਟ ਸੋ ਸੀਰੀਅਸ ਅਬਾਊਟ ਦਿਸ ਥਿੰਗ। ਹਾਂ, ਬਟ ਬਾਅਦ 'ਚ ਪਤਾ ਲੱਗਿਆ ਕਿ ਨਹੀਂ, ਇਸ ਨੂੰ ਸੀਰੀਅਸਲੀ ਕਰਨਾ ਚਾਹੀਦਾ। ਸੀਰੀਅਸਲੀ ਐਜ਼ ਆਫ, ਬਿਕਾਜ਼ ਅਗੇਨ ਇਟ ਇਜ਼ ਅ ਫਾਰਮ ਆਫ ਆਰਟ। ਯੈਸ, ਠੀਕ ਹੈ, ਐਂਡ ਆਈ ਰਿਸਪੈਕਟ ਆਰਟ ਅ ਲੋਟ, ਤਾਂ ਕਰਕੇ। ਸੋ ਹੁਣ ਗੱਲ ਕਰਦੇ ਹਾਂ, ਅਗਰ ਚੇਤਾ ਸਿੰਘ ਦੇ ਕੈਰੈਕਟਰ ਦੀ ਗੱਲ ਕਰਾਂ, ਸੋ ਕਿਹੜਾ ਐਸਾ ਲਾਈਫ ਦਾ ਤੁਹਾਡਾ ਆਪਣਾ ਪਰਸਨਲ ਪਾਰਟ ਕੋਈ ਉਸ ਦੇ ਨਾਲ ਰਿਲੇਟ ਕਰ ਪਾਇਆ, ਜਾਂ ਤੁਸੀਂ ਆਪਣੇ ਆਲੇ ਦੁਆਲੇ ਕੁਝ ਉਸ ਦੇ ਕਰੀਬ ਦਾ ਦੇਖਿਆ ਹੋਵੇ ਜਾਂ ਸਮਝਿਆ ਹੋਵੇ? ਕਾਫੀ ਚੀਜ਼ਾਂ ਨੇ ਮੂਵੀ 'ਚ ਜਿਹੜੀ ਸੱਚੀ 'ਚ ਇੱਕ ਪਰਸਨਲੀ ਅਗਰ ਐਜ਼ ਐਨ ਫੀਮੇਲ ਆਈ ਟਾਕ ਅਬਾਊਟ ਇਟ, ਬਹੁਤ ਕੁਝ ਫੇਸ ਕਰਨਾ ਪੈਂਦਾ ਹੈ। ਐਂਡ ਐਜ਼ ਐਨ ਲਾਈਕ ਜਦੋਂ ਮੈਂ ਦਿੱਲੀ 'ਚ ਬੋਰਨ ਐਂਡ ਬੌਟ ਅਪ ਹੋਈ ਹੋਈ ਹਾਂ, ਉੱਥੇ ਬਹੁਤ ਇੰਸੀਡੈਂਟਸ, ਬਹੁਤ ਚੀਜ਼ਾਂ ਬਹੁਤ ਕੈਜੂਅਲ ਨੇ। ਮਿਸ ਹੈਪਨਿੰਗ ਕੁੜੀ ਦੇ ਨਾਲ ਹੋਣਾ, ਉੱਤੇ ਥੱਲੇ ਹੋ ਗਿਆ, ਜਸਟਿਸ ਨਹੀਂ ਮਿਲਿਆ, ਇਹ ਸਭ ਚੀਜ਼ਾਂ ਬਹੁਤ ਕਾਮਨ ਨੇ, ਹੈ ਨਾ। ਸੋ ਲਾਈਕ ਵੈਨ ਯੂ ਸੀ ਚੇਤਾ ਸਿੰਘ 'ਚ ਉਹ ਚੀਜ਼ਾਂ ਹੁੰਦੀਆਂ ਹੋਈਆਂ, ਫਿਰ ਉਹਨਾਂ ਦੇ ਰਿਜ਼ਲਟ ਆਉਂਦੇ ਹੋਏ, ਜਾਂ ਕਿਵੇਂ ਹੁੰਦਾ, ਕੀ ਫੀਲਿੰਗਸ ਹੁੰਦੀਆਂ, ਆਈ ਮੀਨ ਇਟਸ ਵੈਰੀ ਸੈਟਿਸਫਾਈਂਗ। ਕਾਫੀ ਚੀਜ਼ਾਂ ਸੱਚੀ ਰਿਲੇਟ ਹੁੰਦੀਆਂ ਨੇ ਕਿ ਤੁਸੀਂ ਆਪਣੇ ਐਕਟ ਦੇ ਨਾਲ ਉਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਲੋਕਾਂ ਤੱਕ ਇੱਕ ਮੈਸੇਜ ਦੀ ਤਰ੍ਹਾਂ ਪਹੁੰਚਾ ਸਕਦੇ। ਬਹੁਤ ਸੋਹਣੇ ਮੈਸੇजेस ਨੇ ਮੂਵੀ 'ਚ, ਬਹੁਤ ਪਿਆਰੀਆਂ ਚੀਜ਼ਾਂ ਦੱਸੀਆਂ ਹੋਈਆਂ ਨੇ। ਲੋਕ ਆਪਦੇ ਨਾਲ ਬਹੁਤ ਸੋਹਣੇ ਤਰੀਕੇ ਨਾਲ ਰਿਲੇਟ ਕਰਨਗੇ, ਕਿਉਂਕਿ ਉਹੀ ਗੱਲ ਹੈ ਵੀ ਹਰ ਚੀਜ਼ ਇਨਸਾਨ ਤੋਂ ਹੀ ਨਿਕਲ ਕੇ ਬਣਦੀ ਹੈ, ਤਾਂ ਉਹ ਵੀ ਦੁਨੀਆ 'ਚ ਜਿਹੜੀ ਆਡੀਅנס ਦੇਖਦੀ ਹੈ ਉਹਨਾਂ ਤੋਂ ਹੀ ਬਣੀ ਹੋਈ ਹੈ। ਦੈਟਸ ਵਾਈ ਦੇ ਵਿਲ ਰਿਲੇਟ ਇਟ ਵੈਰੀ ਈਜ਼ੀਲੀ। ਸਮ ਟਾਈਮ ਇੱਦਾਂ ਹੁੰਦਾ ਨਾ ਕਿ ਜਿਹੜੇ ਬਾਹਰ ਦੇ ਚੈਲੰਜਸ ਨੇ ਉਹਨਾਂ ਨੂੰ ਦੇਖ ਕੇ, ਜਦੋਂ ਅਸੀਂ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਨਾ,
ਤੇ ਉਸ ਦੇ ਨਾਲ ਹਰ ਚੀਜ਼ ਤੁਹਾਡੇ ਤੱਕ ਮਿੰਟਾਂ ਸਕਿੰਟਾਂ 'ਚ ਪਹੁੰਚਦੀ ਹੈ। ਸੋ ਬਾਹਰ ਕੀ ਹੋ ਰਿਹਾ ਅਸੀਂ ਹੁਣ ਜ਼ਿਆਦਾ ਅਵੇਅਰ ਹੈ ਇਸ ਚੀਜ਼ ਦਾ। ਕਿਤੇ ਕਿਤੇ ਫਾਇਦਾ ਵੀ ਹੁੰਦਾ, ਕਿਤੇ ਨੁਕਸਾਨ ਵੀ ਹੁੰਦਾ। ਬਟ ਅਗਰ ਗੱਲ ਕੀਤੀ ਜਾਵੇ ਇੱਕ ਲੜਕੀ ਹੋਣ ਨਾਤੇ, ਇੱਕ ਫੀਮੇਲ ਹੋਣ ਨਾਤੇ ਕਈ ਵਾਰੀ ਬਾਹਰੋਂ ਡਰ ਵੀ ਲੱਗਣ ਲੱਗ ਜਾਂਦਾ ਕਿ ਬਾਹਰ ਕੀ ਕੁਝ ਘਟ ਰਿਹਾ ਹੈ। ਕਦੀ ਅਸੀਂ ਦੂਜੇ ਦੇ ਨਾਲ ਕਿਸੇ ਨਾਲ ਘਟਨਾ ਹੁੰਦੀ ਦੇਖਦੇ ਹਾਂ, ਅਸੀਂ ਇਹ ਸੋਚਦੇ ਕਿ ਯਾਰ ਰੱਬ ਨਾ ਕਰੇ ਸਾਡੇ ਨਾਲ ਜਾਂ ਸਾਡੇ ਕਿਸੇ ਜਾਣਕਾਰ ਨਾਲ ਜਾਂ ਆਲੇ ਦੁਆਲੇ ਨਾ ਹੋ ਜਾਏ, ਹੈ ਨਾ। ਸੋ ਇਹ ਚੀਜ਼ਾਂ ਇਹਨਾਂ ਚੀਜ਼ਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕੀ ਇਹ ਸੋਸ਼ਲ ਮੀਡੀਆ ਫੈਕਟਰ ਹੈ ਕਿ ਸਾਡੇ ਤੱਕ ਉਹ ਚੀਜ਼ਾਂ ਪਹੁੰਚ ਜਾਂਦੀਆਂ ਨੇ, ਜਾਂ ਕੀ ਅਸੀਂ ਇਸ ਨੂੰ ਕਦੀ ਖਤਮ ਕਰ ਸਕਦੇ ਹਾਂ ਇੱਕ ਇਨਸਾਨ ਹੋਣ ਨਾਤੇ? ਤੁਹਾਡੀ ਕੀ ਓਪੀਨੀਅਨ? ਸੀ ਪਰਸਨਲੀ ਇਫ ਜੋ ਵੀ ਮੈਨੂੰ ਦੇਖਦਾ ਹੈ, ਕਦੀ ਮੈਨੂੰ ਕਿਸੇ ਨੇ ਇੰਸਟਾਗ੍ਰਾਮ ਤੇ ਦੇਖਿਆ ਹੋਊਗਾ, ਨੋਟ ਟੂ ਮਚ ਆਫ ਸੋਸ਼ਲ ਮੀਡੀਆ ਪਰਸਨ। ਮੈਂ ਇੰਸਟਾਗ੍ਰਾਮ ਦੇ ਕਦੀ ਵੀ ਹੱਕ 'ਚ ਵੀ ਨਹੀਂ ਸੀਗੀ। ਐਵਰੀਬਡੀ ਜਿਹੜੇ ਵੀ ਅੱਜ ਕੱਲ੍ਹ ਕੰਮ ਕਰ ਰਹੇ ਨੇ ਉਹਨਾਂ ਦਾ ਸਿਰਫ ਪੁਆਇੰਟ ਹੀ ਹੁੰਦਾ ਵੀ ਤੁਹਾਡੀ ਪ੍ਰੋਫਾਈਲ ਇੰਸਟਾਗ੍ਰਾਮ ਹੈ ਐਂਡ ਯੂ ਹੈਵ ਟੂ ਸ਼ੋ ਇਟ। ਦੈਟਸ ਵਾਈ ਆਈ ਕ੍ਰੀਏਟਡ ਇਟ ਐਂਡ ਆਈ ਪੋਸਟ ਥਿੰਗਸ। ਉਹ ਵੀ ਮੈਨੂੰ ਇੰਨਾ ਬੋਝ ਲੱਗਦਾ ਕਿ ਓ ਮਾਈ ਗੋਡ ਆਈ ਹੈਵ ਟੂ ਪੋਸਟ ਅ ਥਿੰਗ। ਹਾਂ, ਜੇ ਮੈਨੂੰ ਕੋਈ ਪਰਸਨਲੀ ਮੇਰੇ ਐਂਡ ਤੋਂ ਕੁਝ ਪਾਉਣਾ ਤਾਂ ਮੈਂ ਬਹੁਤ ਖੁਸ਼ੀ ਪਾਉਂਦੀ ਹਾਂ। ਬਟ ਵੈਨ ਇਟ ਕਮਸ ਟੂ ਵਰਕ, ਠੀਕ ਹੈ, ਜਾਂ ਵੀ ਤੁਹਾਨੂੰ ਆਪਦੀ ਪਿਕਚਰਸ ਦਿਖਾਉਣੀਆਂ ਕੁਝ ਵੀ, ਮੈਨੂੰ ਬਹੁਤ ਔਖਾ ਲੱਗਦਾ। ਮੀਨਸ ਲਾਈਕ ਠੀਕ ਹੈ, ਮੀਨ ਨੋ, ਬਟ ਮੈਨੂੰ ਨਹੀਂ ਠੀਕ ਲੱਗਦਾ। ਪਰ ਬਹੁਤ ਪੋਜ਼ੀਟਿਵ ਐਸਪੈਕਟਸ ਵੀ ਨੇ ਸੋਸ਼ਲ ਮੀਡੀਆ ਦੇ, ਪਰ ਉਨੇ ਹੀ ਨੈਗੇਟਿਵ ਵੀ ਨੇ। ਬਹੁਤ ਨੇ ਨੈਗੇਟਿਵ, ਬਹੁਤ ਨੇ, ਜਿਹਦੀ ਆਪਾਂ ਕਦੀ ਗਿਣਤੀ ਵੀ ਨਹੀਂ ਕਰ ਸਕਦੇ। ਪੋਜ਼ੀਟਿਵ ਹੈਗੇ ਨੇ, ਨੋ ਡਾਊਟ। ਫਿਰ ਉਹੀ ਗੱਲ ਆ ਜਾਂਦੀ, ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਪੋਜ਼ੀਟਿਵ ਵੀ ਹੁੰਦਾ, ਨੈਗੇਟਿਵ ਵੀ ਹੁੰਦਾ। ਆਈ ਮੀਨ ਵਟ ਐਵਰ ਯੂ ਵਾਂਟ ਟੂ ਸੀ, ਉਹਨੂੰ ਦੇਖੋ ਅਤੇ ਉਹਦੇ ਨਾਲ ਚੱਲੀ ਚੱਲੋ। ਜਿਹੜੀ ਬਾਕੀ ਤੁਸੀਂ ਗੱਲ ਕਹਿ ਰਹੇ ਹੋ ਵੀ ਮਿਸ ਹੈਪਨਿੰਗ ਦੀ, ਕਿ ਕਦੀ ਸਾਡੇ ਨਾਲ ਨਾ ਹੋ ਜਾਏ, ਸਾਡੇ ਨਾਲ ਦਿਆਂ ਨਾਲ ਨਾ ਹੋ ਜਾਏ, ਮੈਂ ਹਮੇਸ਼ਾ ਤੋਂ ਇਸ ਚੀਜ਼ ਨੂੰ ਬਿਲੀਵ ਕਰਕੇ ਚੱਲਦੀ ਹਾਂ। ਪਹਿਲਾਂ ਜਿਹੜੇ ਇਨਸਾਨ ਦੇ ਨਾਲ ਜਦੋਂ ਜਿਹੜੀ ਚੀਜ਼ ਹੋਣੀ ਉਹਨੇ ਹੋਣਾ ਹੈ, ਤੁਸੀਂ ਉਹਨੂੰ ਨਹੀਂ ਰੋਕ ਸਕਦੇ ਜੀ, ਠੀਕ ਹੈ। ਬਸ ਆਪਦੇ ਅੱਜ ਨੂੰ ਠੀਕ ਰੱਖੋ, ਆਪਦੇ ਕਰਮਾਂ ਨੂੰ ਠੀਕ ਰੱਖੋ। ਤੁਸੀਂ ਆਪਦੇ ਆਪ ਨੂੰ ਹੀ ਐਂ ਹੋ ਜਾਓਗੇ ਵੀ ਹਾਂ ਯਾਰ ਮੇਰੇ ਨਾਲ ਕਦੀ ਕੁਛ ਮਾੜਾ ਹੋ ਹੀ ਨਹੀਂ ਸਕਦਾ, ਕਿਉਂਕਿ ਮੈਂ ਕਦੀ ਮਾੜਾ ਕੀਤਾ ਹੀ ਨਹੀਂ। ਸੋ ਆਈ ਬਿਲੀਵ ਇਨ ਦਿਸ ਥਿੰਗ। ਫਿਲਮਸ ਦੀ ਅਗਰ ਗੱਲ ਕੀਤੀ ਜਾਵੇ ਨਾ, ਤਾਂ ਸੋਸ਼ਲ ਮੀਡੀਆ ਦਾ ਇੱਕ ਹੋਰ ਜਿਹੜਾ ਇੱਕ ਪੋਜ਼ੀਟਿਵ ਫੈਕਟਰ ਸੀਗਾ, ਉਹ ਸਮ ਟਾਈਮ ਨੈਗੇਟਿਵ ਦੇ ਵਿੱਚ ਨਜ਼ਰ ਆਉਂਦਾ ਹੈ। ਜਿਸ ਟਾਈਮ ਦੇ ਵਿੱਚ ਫਿਲਮਾਂ ਨੂੰ ਲੈ ਕੇ ਕੁਝ ਲੋਕ ਪੂਰੀ ਅੰਡਰਸਟੈਂਡਿੰਗ ਨਹੀਂ ਬਣਾ ਪਾਉਂਦੇ ਸਬਜੈਕਟਸ ਨੂੰ ਲੈ ਕੇ, ਅਤੇ ਉਸ ਤੋਂ ਪਹਿਲਾਂ ਹੀ ਆਪਣੇ ਓਪੀਨੀਅਨਸ ਜਿਹੜੇ ਨੇ ਉਹ ਕਿਸੇ ਵੱਖਰੇ ਤਰੀਕੇ ਦੇ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ। ਜਿਵੇਂ ਕਿ ਤੁਸੀਂ ਚੇਤਾ ਸਿੰਘ ਬਾਰੇ ਵੀ ਗੱਲ ਕਰ ਰਹੇ ਸੀ ਕਿ ਇਸ ਨੂੰ ਇਸ ਤਰੀਕੇ ਨਾਲ ਨਾ ਸਮਝਿਆ ਜਾਵੇ ਕਿ ਇੱਕ ਕੋਈ ਮਾਰ ਧਾੜ ਵਾਲੀ, ਕੱਟ ਵੱਢ ਵਾਲੀ ਫਿਲਮ ਹੋਏਗੀ। ਇਹ ਸਮਾਜ ਦੇ ਉਹਨਾਂ ਪਹਿਲੂਆਂ ਨੂੰ ਦਿਖਾਏਗੀ ਜਿਨ੍ਹਾਂ ਨੂੰ ਸਮਝਣ ਦੀ ਅੱਜ ਬਹੁਤ ਜ਼ਿਆਦਾ ਲੋੜ ਹੈ, ਜਿਹੜੇ ਸੰਜੀਦਾ ਨੇ। ਪਰ ਸ਼ਾਇਦ ਪਹਿਲੀ ਨਜ਼ਰ ਲੋਕਾਂ ਦੀ ਉਸ ਕੈਰੈਕਟਰ ਦੇ ਬਰੂਟਲ ਬਿਲਕੁਲ ਪਏਗੀ, ਬਿਕਾਜ਼ ਅਸੀਂ ਪੋਸਟਰ 'ਚ ਦਿਖਾਇਆ ਹੀ ਬਰੂਟਲ ਹੋਇਆ ਹੈ। ਤਾਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ ਕਿ ਬਹੁਤ ਸਾਰੀਆਂ ਚੰਗੇ ਸਬਜੈਕਟਸ ਵੀ ਜਿਹੜੇ ਨੇ ਕਈ ਵਾਰੀ ਉਹ ਰੋਂਗ ਓਪੀਨੀਅਨਸ ਦੇ ਕਰਕੇ ਜਦੋਂ ਸ਼ੇਅਰ ਹੋ ਜਾਂਦੇ ਆ ਜ਼ਿਆਦਾ ਖਰਾਬ ਹੋ ਜਾਂਦੇ ਨੇ। ਸੋ ਇਹਨੂੰ ਕਿਵੇਂ ਲੈਂਦੇ ਹੋ, ਇਸ ਦੇ ਉੱਤੇ ਕੀ ਕਹਿਣਾ? ਦੇਖੋ, ਫਿਲਹਾਲ ਅੱਜ ਕੱਲ੍ਹ ਆਡੀਅנס ਬਹੁਤ ਜ਼ਿਆਦਾ ਜਜਮੈਂਟਲ ਹੋ ਗਈ ਹੈ। ਅਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ, ਬਿਕਾਜ਼ ਉਹਨਾਂ ਕਰਕੇ ਸਾਡੀ ਤਾਂ ਬਈ ਘਰ ਦੀ ਰੋਜੀ ਰੋਟੀ ਉਹਨਾਂ ਕਰਕੇ ਚੱਲ ਰਹੀ ਹੈ। ਟੂ ਬੀ ਫਰੈਂਕ, ਵੀ ਅਰਨ ਆਰ ਬ੍ਰੈਡ ਐਂਡ ਬਟਰ ਜਸਟ ਬਿਕਾਜ਼ ਆਫ ਦੈਮ। ਉਹ ਸਾਨੂੰ ਦੇਖਣ ਆਉਣਗੇ, ਦੈਨ ਵੀ ਕੈਨ ਅਰਨ ਇਟ, ਰਾਈਟ। ਪਰ ਸਿਰਫ ਇੱਕ ਗੱਲ ਜਿਹੜੀ ਮੈਂ ਮਤਲਬ ਫੀਲ ਕੀਤੀ ਹੈ, ਆਈ ਮੀਨ ਲੋਕਾਂ ਨੇ ਕੰਪੈਰੀਜ਼ਨ ਬਹੁਤ ਵੱਡਾ ਸ਼ੁਰੂ ਕਰ ਲਿਆ ਹੈ। ਬॉम्बे ਤਾਂ ਪਰੇ ਹੀ ਕਰਤਾ, ਠੀਕ ਹੈ। ਸਾਊਥ ਕੇ ਲੋਗੋਂ ਕੋ ਦੇਖੋ, ਸਾਊਥ ਦੀ ਇੰਡਸਟਰੀ ਦੇਖੋ, ਉਹ ਆਪਦੇ ਕੌਨਸੈਪਟਸ ਨੂੰ, ਲੋਕਾਂ ਦਾ ਕਹਿਣਾ ਹੈ ਵੀ ਉਹਦੇ ਕੌਨਸੈਪਟਸ ਨੂੰ ਚੱਕਦੇ ਨੇ, ਉਹਦੇ 'ਤੇ ਬਿਲਡ ਕਰਦੇ ਨੇ, ਉਹਨੂੰ ਬਣਾਉਂਦੇ ਨੇ। ਫਿਰ ਉਹ ਆ ਜਾਂਦੇ ਨੇ ਪੰਜਾਬ ਤੋਂ, ਇਹ ਕਿਆ ਕਰ ਰਹੇ ਹੈ, ਤਾਂ ਕਾਪੀ ਕਰ ਰਹੇ ਹੈ, ਠੀਕ ਹੈ। ਪਹਿਲੀ ਗੱਲ, ਕਾਪੀ ਵਾਲਾ ਟਾਈਪ ਪਤਾ ਨਹੀਂ ਕਿਉਂ ਲੱਗੇ। ਹਾਂ, ਇਹ ਬਹੁਤ ਨਹੀਂ, ਇਹਦੇ 'ਚ ਝੂਠ ਵੀ ਨਹੀਂ ਹੈਗਾ, ਕੀਤਾ ਵੀ ਗਿਆ ਕਾਪੀ, ਇਹਦੇ 'ਚ ਦੇयर ਇਜ਼ ਨੋ ਲਾਈ। ਸਮ ਪੀਪਲ ਵਾਟ ਦੇ ਡੂ ਇਜ਼ ਲਾਈਕ ਕਾਪੀ ਐਜ਼ ਇਟ ਇਜ਼, ਦੂਜੀ 'ਚ ਕਾਪੀ ਕਰਕੇ ਮੂਵੀ ਆਪਦੀ ਪੰਜਾਬੀ 'ਚ ਬਣਾ ਦਿੰਦੇ ਨੇ, ਠੀਕ ਹੈ। ਸੋ ਸਾਊਥ ਵਾਲਿਆਂ ਦਾ ਮਤਲਬ ਕੀ ਸਿਸਟਮ ਹੈ, ਉੱਥੇ ਜਾ ਕੇ ਤਾਂ ਦੇਖੋ ਉਹਨਾਂ ਦੀ ਆਡੀਅנס ਦਾ, ਦੇਖੋ ਉਹਨਾਂ ਦਾ ਕੀ ਪੈਸ਼ਨ ਹੈ ਆਪਦੀ ਇੰਡਸਟਰੀ ਨੂੰ ਲੈ ਕੇ। ਤੁਸੀਂ ਤਾਂ ਇੱਥੇ ਕ੍ਰਿਟਿਸਿਜ਼ਮ ਤੋਂ ਹੀ ਨਹੀਂ ਹਟ ਰਹੇ। ਤੁਸੀਂ ਸਿਨੇਮਾ ਤੱਕ ਇੱਕ 150 ਰੁਪੀਜ਼ ਜਾ ਕੇ ਇੱਕ ਟਿਕਟ ਲੈ ਕੇ ਵੀ ਤੁਸੀਂ ਉਹਨਾਂ ਦੀ ਮੂਵੀ ਦੇਖਣ ਨਹੀਂ ਜਾ ਰਹੇ, ਉਹਨੂੰ ਪਹਿਲਾਂ ਕ੍ਰਿਟਿਸਾਈਜ਼ ਕਰ ਰਹੇ ਹੋ। ਉਹਨਾਂ ਦਾ ਸਿਨੇਮਾ ਲਵ ਦੇਖੋ ਪਹਿਲਾਂ ਜਾ ਕੇ, ਠੀਕ ਹੈ। ਫਿਰ ਉਹ ਇੰਨਾ ਹਿਊਜ ਕਿਉਂ ਬਣ ਜਾਂਦਾ ਹੈ, ਫਿਰ ਉਹ ਇੰਨਾ ਹਿਊਜ ਡਿਲੀਵਰ ਕਿਵੇਂ ਕਰ ਪਾਉਂਦੇ ਨੇ, ਜਸਟ ਬਿਕਾਜ਼ ਆਫ ਦ ਆਡੀਅנס। ਵੀ ਨੀਡ ਆਡੀਅנס ਟੂ ਗੈਟ ਪ੍ਰਮੋਟਡ, ਵੀ ਨੀਡ ਆਡੀਅנס ਟੂ ਗੈਟ ਪੋਪੂਲਰ, ਵੀ ਨੀਡ ਆਡੀਅנס ਟੂ ਬੀ ਔਨ ਅ ਸਟੈਂਡ ਵੀ ਅਸੀਂ ਪੈਨ ਇੰਡੀਆ ਤੱਕ ਪਹੁੰਚੀਏ। ਸਾਨੂੰ ਸਾਡੀ ਆਡੀਅנס ਦੀ ਸਪੋਰਟ ਚਾਹੀਦੀ, ਅਸੀਂ ਨਹੀਂ ਜਾ ਸਕਦੇ ਐਵੇਂ। ਸੋ ਆਈ ਮੀਨ ਜਸਟ ਵਾਚ ਐਂਡ ਜੱਜ। ਮੈਂ ਨਹੀਂ ਕਹਿੰਦੀ ਵੀ ਬਿਲਕੁਲ ਅਸੀਂ ਬਹੁਤ ਗਲਤ ਕੰਟੈਂਟ ਵੀ ਬਣਾ ਦਿੰਦੇ ਹਾਂ, ਬਹੁਤ ਸਟੂਪਿਡ ਕੰਟੈਂਟ ਵੀ ਬਣਾਉਂਦੇ ਹਾਂ। ਐਟਲੀਸਟ ਜਾਓ, ਦੇਖੋ, ਦੈਨ ਦੱਸੋ। ਬਟ ਮੇਰੇ ਖਿਆਲ ਨਾਲ ਹਰ ਕਿਸੇ ਦੀ ਆਪਣੀ ਇੱਕ ਟਰਾਈ ਹੁੰਦੀ ਹੈ, ਉਸ ਤੋਂ ਬਾਅਦ ਕੀ ਨਿਕਲ ਕੇ ਆਉਂਦਾ ਉਹ ਪਤਾ ਲੱਗਦਾ। ਹਰ ਬੰਦਾ ਆਪਣਾ ਬੈਸਟ ਸ਼ਾਟ ਦਿੰਦਾ ਹੈ ਨਾ, ਅਤੇ ਉਸ ਤੋਂ ਬਾਅਦ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਇਵਨ ਪੰਜਾਬੀ ਸਿਨੇਮਾ ਦਾ ਫਿਊਚਰ ਬ੍ਰਾਈਟ ਹੈ, ਇਸ ਦੇ ਵਿੱਚ ਕੋਈ ਡਾਊਟ ਨਹੀਂ ਹੈਗਾ, ਕਿਉਂਕਿ ਅਸੀਂ ਟਾਈਮਲੀ ਦੇਖ ਰਹੇ ਹਾਂ ਕਿ ਲੋਕਾਂ ਦਾ ਜਿਹੜਾ ਪਿਆਰ ਹੈ ਉਹ ਵੱਧਦਾ ਜਾ ਰਿਹਾ। ਸੋ ਫਿਲਮਾਂ ਜਿਹੜੀਆਂ ਨੇ ਹੁਣ ਪੈਨ ਇੰਡੀਆ ਵਰਕ ਕਰ ਰਹੀਆਂ ਨੇ, ਬਾਹਰ ਵੀ ਲੋਕ ਜਾਣਨ ਲੱਗ ਗਏ ਪੰਜਾਬੀ ਸਿਨੇਮਾ ਨੂੰ। ਐਂਡ ਇਹ ਸਾਰਾ ਕੁਝ ਤੁਹਾਡੇ ਸਾਰਿਆਂ ਦੇ ਨਾਲ ਪੋਸੀਬਲ ਹੋ ਪਾ ਰਿਹਾ
ਜੇ ਐਕਟਰਸ ਡਾਇਰੈਕਟਰਸ ਸਾਰੇ ਮਿਲ ਕੇ ਜਿਹੜਾ ਕੰਮ ਕਰ ਰਹੇ ਨੇ। ਪਲੱਸ ਮੀਡੀਆ ਜਿਹੜੀ ਲੋਕਾਂ ਤੱਕ ਪਹੁੰਚਾ ਪਾਉਂਦੀ ਹੈ। ਥੈਂਕ ਯੂ ਟੂ ਯੂ। ਥੈਂਕ ਯੂ ਸੋ ਮਚ। ਹੁਣ ਡਾਇਰੈਕਟਰ ਸਾਹਿਬ ਦੀ ਗੱਲ ਹੋਈ ਹੈ ਤਾਂ ਜੋ ਇਸ ਫਿਲਮ ਨੂੰ ਜਿਨ੍ਹਾਂ ਨੇ ਡਾਇਰੈਕਟ ਕੀਤਾ ਹੈ ਆਸ਼ੀਸ਼ ਕੁਮਾਰ, ਉਹਨਾਂ ਦਾ ਹਿਊਜ ਐਕਸਪੀਰੀਅੰਸ ਇਨ ਮਿਊਜ਼ਿਕ ਵੀਡੀਓਜ਼ ਰਿਹਾ ਹੈ। ਆਲਮੋਸਟ ਮੇਰੇ ਖਿਆਲ ਨਾਲ 2000-3000 ਦੇ ਕਰੀਬ ਉਹਨਾਂ ਨੇ ਆਪਣੇ ਕਰੀਅਰ ਦੇ ਵਿੱਚ ਜਿਹੜੇ ਗਾਣੇ ਡਾਇਰੈਕਟ ਕੀਤੇ ਨੇ। ਸੋ ਬੰਟੀ ਵਨ ਟੇਕਰ ਦੇ ਨਾਮ ਤੋਂ ਬਹੁਤ ਜ਼ਿਆਦਾ ਫੇਮਸ ਰਹੇ। ਸੋ ਉਹਨਾਂ ਨੇ ਇੱਕ ਬੜੇ ਐਕਸਪੀਰੀਅੰਸ ਤੋਂ ਬਾਅਦ ਹੁਣ ਜਿਹੜੀ ਇਸ ਫਿਲਮ ਨੂੰ ਬਣਾਇਆ। ਔਰ ਜਿੰਨੀਆਂ ਕਿ ਮੈਂ ਗੱਲਾਂ ਸੁਣ ਰਿਹਾ ਸੀ, ਤੁਹਾਡੀ ਟੀਮ ਸਾਰੀ ਗੱਲ ਕਰ ਰਹੀ ਸੀ, ਉਹ ਇਹ ਸੀ ਕਿ ਸਾਰੇ ਰੂਹ ਨਾਲ ਜੁੜ ਗਏ ਸੀ ਫਿਲਮ ਦੇ ਨਾਲ। ਇਹ ਵੀ ਧਿਆਨ ਨਹੀਂ ਰਿਹਾ ਕਿ ਸਕੈਡਿਊਲ 25-27 ਦਿਨਾਂ ਦਾ ਹੈਗਾ ਤੇ ਉਹ 40 ਦਿਨਾਂ ਤੇ ਵੀ ਪਹੁੰਚ ਗਿਆ। ਬਟ ਐਵਰੀਵਨ ਵਾਸ ਹੈਪੀ ਕਿ ਅਸੀਂ ਬਹੁਤ ਬੈਸਟ ਕਰ ਰਹੇ ਹਾਂ। ਸੋ ਮੈਂ ਜਾਣਨਾ ਚਾਹਾਂਗਾ ਉਹਨਾਂ ਮੂਮੈਂਟਸ ਨੂੰ ਜਦੋਂ ਤੁਸੀਂ ਜੀਆ ਜਾਂ ਫਿਰ ਡਾਇਰੈਕਟਰ ਸਾਹਿਬ ਨਾਲ ਜਿਹੜੀ ਉਹ ਬੌਂਡਿੰਗ ਉਹ ਕਿਸ ਤਰ੍ਹਾਂ ਦੀ ਰਹੀ ਹੈ ਪੂਰੀ ਟੀਮ ਦੀ। डायरेक्टर आशीष सर, बस तो बंटी सर ही कहने हैं हम। ही इज़ वेरी कंफर्टेबल, ही इज़ वेरी चार्मिंग, वेरी पॉजिटिव, वेरी कंफर्टेबल ह्यूमन बीइंग। जो उन्होंने चाहिए वो दस देंगे, तुसी डिलीवर कर दो तो उन्होंने टेक हो गया डन। उस तो बाद वो नैक्सट मूव कर जाएंगे। ही विल नॉट कॉम्प्रोमाइज़ एनीथिंग, जो कि करना भी नहीं चाहिए। दैट इज़ द ओनली रीजन वैन वी शेड्यूल अ प्लान, उस तो अगे अगर वो हिलता है तो वो उन्होंने दी एक्सपैक्टेशन करके हिलता है। राइट। सो जो होया वो पॉजिटिव ही होया, पर ये नहीं सीगा भी किसी भी आर्टिस्ट या ਜਿਹੜੇ ਵੀ ਸਪੋਰਟਿੰਗ ਕਾਸਟ ਹੈ ਕੁਛ ਵੀ ਹੈ ਵੀ ਕਿਸੇ ਨੂੰ ਪ੍ਰੋਬਲਮ ਹੋਈ ਹੋਈ ਵੀ ਓ ਮਾਈ ਗॉड ਵੀ ਇੰਨਾ ਡਿਲੇ ਕਰਤਾ ਹੈ, ਸਲੋ ਚੱਲ ਰਹੇ ਨੇ ਕੁਛ। ਐਵਰੀਬਡੀ ਵਾਸ ਸੋ ਐਕਸਾਈਟਿਡ, ਭਾਵੇਂ ਅਗਲੇ 10 ਦਿਨ ਵੀ ਹੋਰ ਲਵਾ ਦਿੰਦੇ ਸੀ ਉਹ ਵੀ ਲਾ ਦਿੰਦੇ। ਇੰਨਾ ਮਜ਼ਾ ਆ ਰਿਹਾ ਸੀਗਾ ਸ਼ੂਟ ਤੇ। ਸੋ ਹਰ ਮੂਵਮੈਂਟ ਜਿਹੜੀ ਹੈ ਇੰਜੋਏਬਲ ਇਟ ਵਾਸ ਵੈਰੀ ਫਨ ਹੈ ਨਾ। ਲਰਨਿੰਗ ਵੀ ਹੋਏਗੀ ਕਿਉਂਕਿ ਕੁਝ ਨਵੀਆਂ ਚੀਜ਼ਾਂ ਹੋਣਗੀਆਂ। ਮੈਂ ਸੁਣਿਆ ਕਿ ਸੈਟਸ ਬਹੁਤ ਟਫ ਸੀਗੇ ਕਿਉਂਕਿ ਸੈਟ ਸਾਰੇ ਕ੍ਰੀਏਟ ਕੀਤੇ ਜਾ ਰਹੇ ਸੀ। ਇਵਨ ਅਸੀਂ ਜੋ ਟੀਜ਼ਰ ਦੇ ਵਿੱਚ ਸ਼ਾਟ ਦੇਖਦੇ ਹਾਂ ਕਿ ਬਹੁਤ ਸਾਰੀ ਹੱਡੀਆਂ ਦਾ ਉਹ ਜਿਹੜਾ ਇੱਕ ਪੂਰਾ ਢੇਰ ਲੱਗਿਆ ਹੋਇਆ। ਸੋ ਉਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਸੈੱਟ ਤਿਆਰ ਕੀਤਾ ਗਿਆ ਸੀਗਾ। ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਐਕਸਪੀਰੀਅੰਸ ਐਜ਼ ਐਨ ਐਕਟਰ ਤੁਹਾਡਾ ਕੀ ਰਿਹਾ ਕਿ ਸੈਟਸ 'ਤੇ ਕੰਮ ਕਰਨਾ, ਕੈਰੈਕਟਰ ਦੀ ਇੰਨੀ ਐਸਟੈਬਲਿਸ਼ਮੈਂਟ ਐਂਡ ਆਲ। ਸੀ ਜਿਹੜਾ ਸੈੱਟ ਵਾਲਾ ਹੈ, ਜਿਹੜਾ ਅਸੀਂ ਸਕਰੀਨ ਤੇ ਦੇਖ ਰਹੇ ਹਾਂ, ਤੁਸੀਂ ਟੀਜ਼ਰ 'ਚ ਵੀ ਦੇਖਿਆ, ਜੇ ਟ੍ਰੇਲਰ 'ਚ ਦੇਖੋਗੇ, ਹੱਡਾ ਰੋੜੀ ਦਾ ਕਨਸੈਪਟ ਪਹਿਲਾਂ ਕਿਸੇ ਮੂਵੀ 'ਚ ਆਇਆ ਨਹੀਂ ਹੈਗਾ। ਮੀਨ ਦਿਸ ਦ ਫਰਸਟ ਟਾਈਮ ਆਈ ਹੈਵ ਸੀਨ ਪਰਸਨਲੀ। ਤੇ ਜਦੋਂ ਇਹ ਚੀਜ਼ ਪਤਾ ਲੱਗੀ ਵੀ ਇਹ ਆਰਟੀਫਿਸ਼ਲ ਹੈ, ਮੀਨ ਦਿਸ ਇਜ਼ ਨਾਟ ਰੀਅਲ, it was actually appearing like it is real। ਵੀ ਸੀਰੀਅਸਲੀ ਉਹ ਐਕਚੁਅਲ ਲੋਕੇਸ਼ਨ ਉਹ ਜੀ ਹੈਗੀ ਹੈ। ਠੀਕ ਹੈ, ਉਹ ਤੋਂ ਆਰਟਿਸਟ ਵੀ ਪ੍ਰਿੰਸ ਕਵਲਜੀਤ ਸਰ, ਉਹ ਸੱਚੀ ਚੀਜ਼ਾਂ ਲੱਗੀਆਂ ਸੀ ਵੀ ਚੇਤਾ ਸਿੰਘ ਹੀ ਹੈਗਾ। ਤੇ ਐਵਰੀਬਡੀ ਵਾਸ ਲਾਈਕ ਜਿਹਨੂੰ ਵੀ ਜਿਹੜਾ ਕੈਰੈਕਟਰ ਮਿਲਿਆ ਦੇ ਹੈਵ ਪਰਫਾਰਮਡ ਇਟ ਵੈਰੀ ਨਾਈਸਲੀ। ਆਰਟ ਡਾਇਰੈਕਟਰ ਨੂੰ ਮੈਂ ਬਹੁਤ ਐਪਰੀਸ਼ੀਏਟ ਕਰਨਾ ਚਾਹੂੰਗੀ, ਸਾਡੇ DOP ਸਰ ਨੂੰ ਮੈਂ ਬਹੁਤ ਐਪਰੀਸ਼ੀਏਟ ਕਰਨਾ ਚਾਹੂੰਗੀ, ਲਾਈਟਿੰਗ ਵਾਲਿਆਂ ਨੂੰ, ਬਿਕੋਜ਼ ਸਾਰੀਆਂ ਚੀਜ਼ਾਂ ਇਨਵੋਲਵਡ ਹੁੰਦੀਆਂ ਨੇ। ਲਾਈਟ ਦਾ ਕਿੰਨਾ ਮੈਟਰ ਹੈ ਸਕਰੀਨ 'ਤੇ। ਆਪਾਂ ਹਮੇਸ਼ਾ ਕਹਿੰਦੇ ਨੇ ਵੀ ਹਾਲੀਵੁੱਡ ਫਿਲਮਸ ਦੀ ਸਕਰੀਨ ਟੋਨ ਕਿੱਡੀ ਜ਼ਬਰਦਸਤ ਹੁੰਦੀ ਕਿਉਂਕਿ ਉਹ ਸਾਰੀ ਲਾਈਟ 'ਤੇ ਖੇਡਦੇ ਨੇ। ਐਗਜ਼ੈਕਟਲੀ। ਸੋ ਦਿਸ ਇਜ਼ ਵਾਟ ਦੇ ਹੈਵ ਡਨ ਵੈਰੀ ਨਾਈਸਲੀ ਇਨ ਚੇਤਾ ਸਿੰਘ, ਹੈ ਨਾ। ਫਿਰ ਆਰਟ ਡਾਇਰੈਕਟਰ ਨੇ ਬਾਕਮਾਲ ਆਪਦਾ ਕੰਮ ਕੀਤਾ ਹੈ, ਸਰ ਨੇ, ਆਸ਼ੀਸ਼ ਸਰ ਨੇ, ਐਵਰੀਬਡੀ ਹੈਵ ਡਨ ਦ ਬੈਸਟ। ਮੀਨ ਕਿਉਂਕਿ ਇੱਥੇ ਜਦੋਂ ਆਸ਼ੀਸ਼ ਭਾਈ ਦੀ ਗੱਲ ਹੋ ਰਹੀ ਹੈ, ਆਸ਼ੀਸ਼ ਕੁਮਾਰ ਜੋ ਫਿਲਮ ਦੇ ਡਾਇਰੈਕਟਰ ਨੇ, ਉਹਨਾਂ ਦਾ ਜਿਹੜਾ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ ਨਾ, ਉਹ ਇਹਨਾਂ ਨੇ ਇਸ ਫਿਲਮ ਦੇ ਵਿੱਚ ਨਿਚੋੜ ਦਿੱਤਾ ਕਿਉਂਕਿ ਉਹਨਾਂ ਦਾ ਡੈਬਿਊ ਹੈ। ਔਰ ਹਮੇਸ਼ਾ ਬੰਦਾ ਸੋਚਦਾ ਹੈ ਕਿ ਮੈਂ ਜਿਹੜਾ ਫਸਟ ਟੇਕ ਹੈ ਨਾ ਜ਼ਬਰਦਸਤ ਦੇਣਾ ਹੈ। ਸੋ ਉਹ ਵੈਸੇ ਵੀ ਵਨ ਟੇਕਰ ਨੇ, ਵਨ ਟੇਕਰ ਹੈ ਨਾ। ਸੋ ਫਿਲਮ ਦੀ ਕਾਫੀ ਗੱਲਾਂ ਹੋਈਆਂ ਔਰ ਮੈਂ ਟ੍ਰੇਲਰ ਦੇ ਲਈ ਕਾਫੀ ਐਕਸਾਈਟਿਡ ਹੈ ਔਰ ਆਈ ਹੋਪ ਕਿ ਆਡੀਅנס ਵੀ ਬਹੁਤ ਜ਼ਿਆਦਾ ਐਕਸਾਈਟਿਡ ਹੋਏਗੀ। 1 ਸੈਪਟੈਂਬਰ ਜਿਹੜੀ ਹੈ ਉਸ ਦਿਨ ਇਹ ਰਿਲੀਜ਼ ਹੋਣ ਜਾ ਰਹੀ ਹੈ। ਸੋ ਉਮੀਦ ਪੂਰੀ ਹੈ ਕਿ ਆਡੀਅנס ਜਿਹੜਾ ਜ਼ਬਰਦਸਤ ਹੋਵੇਗੀ, ਰਿਸਪੌਂਸ ਹੋਵੇਗੀ। ਤੁਹਾਡੇ ਬਾਰੇ ਕੁਝ ਚੀਜ਼ਾਂ ਮੈਂ ਪਰਸਨਲੀ ਜਾਣਨਾ ਚਾਹੁੰਦਾ, ਇਸ ਵੀ ਨੂੰ ਜਾਣਨ ਦਾ ਮੌਕਾ ਮਿਲਿਆ। ਸੋ ਘਰ ਦੇ ਵਿੱਚ ਤੁਸੀਂ ਸ਼ਰਾਰਤੀ ਰਹੇ ਜਾਂ ਸਿੰਸੀਅਰ ਰਹੇ? ਨਹੀਂ, ਦੋਨੋਂ ਹੀ ਸੀਗੀ ਮੈਂ। ਮਤਲਬ ਆਈ ਵਾਜ਼ ਵੈਰੀ ਚਾਰਮਿੰਗ ਪਲੱਸ ਸਿੰਸੀਅਰ। ਜਦੋਂ ਸਿੰਸੀਅਰ ਸਿਚੁਏਸ਼ਨ ਹੈ ਤਾਂ ਸਿੰਸੀਅਰ ਹਾਂ, ਅਦਰਵਾਈਜ਼ तो लाइक मोर देन माई ब्रदर। हाँ, मैं बहुत जॉली रही हूँ। अच्छा प्यार है बहुत ज़्यादा। फाइट्स में है? नहीं, फाइट्स मीन कैजुअल फाइट्स, बट लाइक नॉट मोर देन लाइक प्यार दे अगे उस चीज़ का कोई वो नहीं है। राइट। सो सब तो ज़्यादा ज़िंदगी प्यार किनू करते? वेरी टिपिकल क्वेश्चन, वेरी टफ क्वेश्चन। आई एम सॉरी। सब तो पहला मैं बट मैं जो पिछले कुछ टाइम जो मैं चीज़ सीखी है, ਕਿਸੇ ਨੂੰ ਪਿਆਰ ਕਰਨ ਤੋਂ ਪਹਿਲਾਂ ਹਮੇਸ਼ਾ ਆਪਦੇ ਆਪ ਨੂੰ ਪਿਆਰ ਕਰੋ। ਜੇ ਤੁਸੀਂ ਆਪਦੇ ਆਪ ਨੂੰ ਚੰਗੀ ਤਰ੍ਹਾਂ ਪਿਆਰ ਕਰ ਸਕਦੇ ਹੋ ਤਾਂ ਤੁਸੀਂ ਕਿਸੇ ਨੂੰ ਪਿਆਰ ਕਰ ਸਕਦੇ ਹੋ। ਜੇ ਤੁਸੀਂ ਆਪਦੇ ਆਪ ਨੂੰ ਪਿਆਰ ਨਹੀਂ ਕਰਦੇ, ਤੁਸੀਂ ਕਦੀ ਕਿਸੇ ਨੂੰ ਪਿਆਰ ਨਹੀਂ ਕਰ ਸਕਦੇ। ਦਿਸ ਇਜ਼ ਵਾਟ ਆਈ ਹੈਵ ਲਰਨਡ। ਵਾਟ ਆਈ ਐਮ ਵਰਕਿੰਗ ਔਨ ਰਾਈਟ ਨਾਓ ਇਜ਼ ਲਾਈਕ ਆਈ ਐਮ ਲਰਨਿੰਗ ਟੂ ਲਵ ਮਾਈ ਸੈਲਫ। ਅਦਰਵਾਈਜ਼ ਐਵਰੀਬਡੀ, ਆਈ ਲਵ ਐਵਰੀਬਡੀ। ਮੇਰੇ ਅੰਦਰ ਇੰਨਾ ਪਿਆਰ ਹੈ, ਮੈਂ ਸਾਰਿਆਂ ਨੂੰ ਇੰਨਾ ਪਿਆਰ ਕਰਦੀ ਹਾਂ। ਯੂ ਆਨਸਰਡ ਵੈਰੀ ਵੈਲ। ਔਰ ਆਈ ਥਿੰਕ ਤੁਸੀਂ ਸਿਰਫ ਇਹ ਨਹੀਂ ਦੱਸਿਆ ਕਿ ਤੁਸੀਂ ਕਿਸ ਨੂੰ ਜ਼ਿਆਦਾ ਪਿਆਰ ਕਰਦੇ ਹੋ, ਤੁਸੀਂ ਇੱਕ ਪਿਆਰ ਦੀ ਡੈਫੀਨੇਸ਼ਨ ਦੱਸ ਦਿੱਤੀ। ਔਰ ਸ਼ਾਇਦ ਇਸੇ ਕਰਕੇ ਇਹ ਭਾਵੇਂ ਕੁਐਸਚਨ ਬਹੁਤ ਵਾਰ ਰਿਪੀਟ ਬੜੇ ਸਾਰੇ ਲੋਕਾਂ ਤੋਂ ਹੁੰਦਾ ਹੋਵੇ, ਬਟ ਇਹ ਹਮੇਸ਼ਾ ਇੰਪੋਰਟੈਂਟ। ਇੱਕ ਚੀਜ਼ ਮੈਨੂੰ ਹਮੇਸ਼ਾ ਸਤਿੰਦਰ ਸਰਤਾਜ ਸਰ ਦੀ ਯਾਦ ਰਹਿੰਦੀ ਹੈ।
ਸਰ ਨੇ ਇੱਕ ਇੰਟਰਵਿਊ 'ਚ ਬੋਲਿਆ, ਪੁੱਛਿਆ ਕਿਸੇ ਨੇ ਵੀ ਤੁਸੀਂ ਇੰਨੀਆਂ ਚੀਜ਼ਾਂ ਪਿਆਰ 'ਤੇ ਲਿਖਦੇ ਹੋ, ਪਿਆਰ ਨੂੰ ਇਜ਼ਹਾਰ ਕਰਦੇ ਹੋ ਕੁਝ ਵੀ ਥਰੂ ਯੋਰ ਸੌਂਗਸ, ਆਈ ਮੀਨ ਵਾਟ ਇਜ਼ ਲਵ ਅਕੋਰਡਿੰਗ ਟੂ ਯੂ? ਸਰ ਨੇ ਰਿਪਲਾਈ ਕੀਤਾ ਸੀਗਾ, ਲਵ ਇਜ਼ ਸਰੈਂਡਰ। ਓ I agree with that. ठीक है, I mean, but not everybody do it. With conditions, you cannot surrender. You have to surrender at a moment. But love is surrender. I still believe it, and I believe in love. Personally, I do believe in love, and it is very beautiful and very lovely. Right. Yeah. So ਚਾਹੇ ਛੋਟੀ ਛੋਟੀ ਕੰਡੀਸ਼ਨਸ ਨੇ ਬਟ ਉਹ ਬਹੁਤ ਟਫ ਨੇ ਪਿਆਰ ਦੀਆਂ, ਹੈ ਨਾ? ਹਾਂ, ਖੈਰ, exactly. ਤੁਹਾਡੇ ਜਦੋਂ ਕੰਡੀਸ਼ਨ ਹੀ ਹੋ ਗਈ ਉਹ ਛੋਟੀ ਜਾਂ ਵੱਡੀ ਕੰਡੀਸ਼ਨ ਹੈ। ਕੰਡੀਸ਼ਨ ਹੈ। ਸੋ ਤੁਹਾਡਾ ਫੇਵਰਿਟ ਕਲਰ ਕਿਹੜਾ ਹੈ? Black. ਬਲੈਕ। White and black. ਵਾਈਟ ਐਂਡ ਬਲੈਕ। ਅੱਜ ਤੁਸੀਂ ਵਾਈਟ Wearing white. ਹੈ ਨਾ? ਤਾਂ ਵੈਸੇ ਵੀ ਅਗਰ ਪਾਰਟੀ ਜਾਣਾ ਹੋਵੇ ਨਾ, ਕਿਤੇ ਜਾਣਾ ਹੋਵੇ, ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ ਤਾਂ ਚੁੱਪ ਕਰਕੇ ਕੋਈ ਬਲੈਕ ਪਾ ਲਓ। Exactly. It's the best thing. ਸਾਰੇ ਤੁਹਾਡੇ ਵੱਲ ਦੇਖਣਗੇ। ਸੋ ਇਸ ਤੋਂ ਇਲਾਵਾ ਤੁਹਾਡੇ ਲਈ ਬੈਸਟ ਐਕਟੀਵਿਟੀ ਕੀ ਹੁੰਦੀ ਹੈ ਜੇ ਤੁਹਾਡੇ ਕੋਲ ਕੁਝ ਨਹੀਂ ਹੈ ਕਰਨ ਲਈ? Music. The soft music I used to listen, mostly Hollywood. I listen English music, ठीक है? Sometimes Spanish because I love the tone and softness. Okay. Again, then next thing is like coloring, like coloring or painting. And other than that, reading books. हाँ, such reading books, यार. How can I forget it? I mean, yeah. Music तो बाद reading and then painting. Yeah. Favorite so book? Favorite book. 40 Rules of Love. क्या बात है, देखो लव ਦੇ ਉੱਤੇ ਪੂਰੀ ਸਟੱਡੀ ਚੱਲ ਰਹੀ ਹੈ। ਐਂਡ ਫੇਵਰਿਟ ਆਥਰ? See, there's no rules for love. Yes. But they have just given a configuration according to Islamic tradition. ਉਹਨਾਂ ਨੇ ਉਸ ਚੀਜ਼ ਤੇ ਸਿਰਫ ਕੁਝ ਚੀਜ਼ਾਂ ਦੱਸੀਆਂ ਨੇ। It is not rules basically. It's the name. It's just a name. It's just a name. Yeah. So ਕਿਉਂਕਿ ਬੁੱਕਸ ਪੜ੍ਹਦੇ ਹੋ ਤਾਂ ਫੇਵਰਿਟ ਆਥਰ ਤੁਹਾਡਾ? Paul Coelho. Oh. Alchemist, the favorite. Alchemist. 11 minutes and there are many. So there are some similarities. ਮੈਨੂੰ ਵੀ ਉਹ ਬਹੁਤ ਅੱਛੇ ਲੱਗਦੇ ਨੇ, ਉਹਨਾਂ ਦੀ ਰਾਈਟਿੰਗ ਬਹੁਤ ਅਮੇਜ਼ਿੰਗ ਹੈ, ਸਿੰਪਲ ਐਂਡ ਨਾਈਸ। ਔਰ ਜਦੋਂ ਉਹ ਰੀਅਲ ਲਾਈਫ ਦੇ ਵਿੱਚ ਉਹ ਤੁਹਾਨੂੰ ਸਪਿਰਿਚੁਅਲ ਉਹਦੇ ਵਿੱਚ ਵਰਲਡ ਦੇ ਵਿੱਚ ਲੈ ਜਾਂਦੇ ਨੇ ਔਰ ਜਿੰਨਾ ਜ਼ਿਆਦਾ ਰੀਅਲਿਸਟਿਕ ਉਸਨੂੰ ਬਣਾ ਦਿੰਦੇ ਆ, ਸੋ ਉਹ ਬਹੁਤ ਅਮੇਜ਼ਿੰਗ ਹੈ। ਰਾਈਟ। ਐਂਡ ਯੂ ਵਿਲ ਜਸਟ ਵੰਡਰ ਕਿ ਇਹ ਰਾਈਟਰ ਸਾਨੂੰ ਕਿੱਥੇ ਲੈ ਗਿਆ। ਹਾਂ, ਨਹੀਂ that's very right. And it's wonderful you're talking about all this thing. ਮੈਂ ਪਹਿਲੀ ਵਾਰੀ ਕਿਸੇ ਮੀਡੀਆ 'ਚ ਕਿਸੇ ਇਹੋ ਜਿਹੇ ਇਨਸਾਨ ਦੇ ਨਾਲ ਬੈਠੀ ਹਾਂ ਜਿਹੜਾ ਮੇਰੇ ਨਾਲ ਬੁੱਕਸ ਦੇ ਬਾਰੇ ਡਿਸਕਸ ਕਰ ਰਹੇ ਨੇ। ਇਟਸ ਵੈਰੀ ਗ੍ਰੇਟ ਟਾਕਿੰਗ ਟੂ ਯੂ ਅਬਾਊਟ। ਥੈਂਕ ਯੂ ਸੋ ਮਚ। ਔਰ ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਸੋ ਫੇਵਰਿਟ ਐਕਟਰ ਜਾਂ ਐਕਟਰੈਸ ਕੌਣ ਰਹੀ ਹੈ ਜਿਸ ਤੋਂ ਤੁਸੀਂ ਬਹੁਤ ਕੁਝ ਲਰਨ ਕੀਤਾ ਹੋਵੇ ਜਾਂ ਤੁਹਾਨੂੰ ਲੱਗਦਾ ਹੈ ਕਿ ਬਹੁਤ ਨੇ ਯਾਰ, ਆਈ ਮੀਨ ਨਾਟ ਅ ਸਪੈਸੀਫਿਕ ਵਨ, ਬਹੁਤ ਨੇ। ਹੋਰ ਦਿਨ ਬ ਦਿਨ ਕੋਈ ਹੋਰ ਕੁਝ ਅੱਛਾ ਕਰਦਾ ਫਿਰ ਉਹ ਵੀ ਫੇਵਰੇਟ ਹੋ ਜਾਂਦਾ। ਆਈ ਹੈਵ ਨੋਬਡੀ ਸਪੈਸੀਫਿਕ, ਬਟ ਜੈਨੂਇਨਲੀ ਆਈ ਲਵ ਐਵਰੀਬਡੀ ਹੂ ਪਰਫਾਰਮ ਨਾਈਸ। ਇਵਨ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਐਂਡ ਆਈ ਐਮ ਰੀਅਲੀ ਵੈਰੀ ਐਕਸਾਈਟਿਡ ਕਿ ਤੁਹਾਡਾ ਮੈਂ ਕੈਰੈਕਟਰ ਦੇਖਾਂ ਫਿਲਮ ਦੇ ਵਿੱਚ, ਚੇਤਾ ਸਿੰਘ, ਐਂਡ ਨਾਟ ਓਨਲੀ ਯੂ। ਸੋ ਆਫ ਕੋਰਸ ਪੂਰੀ ਫਿਲਮ ਦੇਖੀ। ਐਗਜ਼ੈਕਟਲੀ। ਪਰ ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਤੁਸੀਂ ਆਪਣੇ ਕਿਰਦਾਰ ਬਾਰੇ ਦੱਸਿਆ, ਮੈਂ ਉਸ ਕੈਰੈਕਟਰ ਨੂੰ ਲੈ ਕੇ ਬਹੁਤ ਐਕਸਾਈਟਿਡ ਹਾਂ ਕਿਉਂਕਿ ਮੈਨੂੰ ਇਹ ਲੱਗਦਾ ਕਿ ਐਜੂਕੇਸ਼ਨ ਇਜ਼ ਐਵਰੀਥਿੰਗ। ਔਰ ਅਸੀਂ ਅੱਜ ਵੀ ਜਿੱਥੇ ਲੈਕ ਕਰਦੇ ਹਾਂ ਜਾਂ ਸਾਡੀ ਸੁਸਾਇਟੀ ਜਿੱਥੇ ਲੈਕ ਕਰਦੀ ਹੈ ਉਹ ਐਜੂਕੇਸ਼ਨ 'ਤੇ ਲੈਕ ਕਰਦੀ ਹੈ, ਔਰ ਤੁਹਾਨੂੰ ਇੱਕ ਟੀਚਰ ਦਾ ਕੈਰੈਕਟਰ ਮਿਲਿਆ। ਸੋ ਬਹੁਤ ਅੱਛਾ ਸਮਾਂ ਆਈ ਹੋਪ ਤੁਸੀਂ ਬੱਚਿਆਂ ਨਾਲ ਵੀ ਬਿਤਾਇਆ ਹੋਵੇਗਾ ਔਨ ਸੈਟ। ਆਈ ਲਵਡ ਇਟ। ਸੋ ਐਜੂਕੇਸ਼ਨ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਮੈਨੂੰ ਇਹ ਲੱਗਦਾ ਕਿ ਇਟਸ ਮਾਈ ਓਪੀਨੀਅਨ ਕਿ ਇਟਸ ਨਾਟ ਜਸਟ ਲਿਮਿਟਿਡ ਨਹੀਂ ਹੋਣੀ ਚਾਹੀਦੀ ਸਰਟੀਫਿਕੇਸ਼ਨਸ ਤੱਕ, ਐਜੂਕੇਸ਼ਨ ਹਮੇਸ਼ਾ ਚੱਲਦੀ ਹੈ। ਇਨ ਯੋਰ ਵਰਡਸ, ਐਜੂਕੇਸ਼ਨ ਇਜ਼ ਅ ਵੈਰੀ ਵਾਈਡ ਆਸਪੈਕਟ ਆਫ ਲਾਈਫ। ਐਜੂਕੇਸ਼ਨ ਸਿਰਫ ਕਿਤਾਬਾਂ ਐਜੂਕੇਸ਼ਨ ਨਹੀਂ ਹੁੰਦੀਆਂ, ਐਜੂਕੇਟ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਇਨਸਾਨ ਬਣਨਾ ਚਾਹੁੰਦੇ ਹੋ, ਯੂ ਨੀਡ ਟੂ ਬੀ ਐਜੂਕੇਟਡ, ਸਿੰਪਲ ਐਜ਼ ਦੈਟ। ਜੇ ਤੁਸੀਂ ਇੱਕ ਹਿਊਮਨ ਬੀਇੰਗ ਬਣਨਾ ਚਾਹੁੰਦੇ ਹੋ ਨਾ, ਯੂ ਨੀਡ ਟੂ ਲਰਨ ਦ ਬੇਸਿਕਸ ਆਫ ਲਾਈਫ। ਤੁਹਾਨੂੰ ਐਜੂਕੇਟ ਹੋਣਾ ਹੀ ਪਏਗਾ। ਐਗਜ਼ੈਕਟਲੀ, ਦਿਸ ਇਜ਼ ਬਿਗ ਡਿਫਰੈਂਸ। ਥੈਂਕ ਯੂ ਸੋ ਮਚ। ਮੈਂ ਬਹੁਤ ਸਾਰੀਆਂ ਚੀਜ਼ਾਂ ਪੁੱਛੀਆਂ ਜੋ ਮੇਰੇ ਦਿਲ ਦੇ ਵਿੱਚ ਸੀਗੀਆਂ। ਇਨ ਕੇਸ ਮੈਂ ਕੁਝ ਐਸਾ ਪੁੱਛਣਾ ਰਹਿ ਗਿਆ ਹੋਵੇ ਜੋ ਤੁਸੀਂ ਦਰਸ਼ਕਾਂ ਨੂੰ ਕਹਿਣਾ ਚਾਹੋ ਤਾਂ ਉਹ ਕੀ ਹੋਏਗਾ? ਚੇਤਾ ਰੱਖਿਓ, ਚੇਤਾ ਸਿੰਘ 1 September ਇਨ ਸਿਨੇਮਾਸ, ਪਲੀਜ਼ ਕਮ ਐਂਡ ਵਾਚ ਇਟ। ਔਰ ਜਿੰਨਾ ਮਜ਼ਾ ਤੁਹਾਨੂੰ ਇੱਥੇ ਗੱਲਬਾਤ ਸੁਣਨ ਦੇ ਵਿੱਚ ਆਇਆ, ਉਸ ਤੋਂ ਕਿਤੇ ਜ਼ਿਆਦਾ ਮਜ਼ਾ ਤੁਹਾਨੂੰ ਜਿਹੜਾ ਫਿਲਮ ਦੇਖਣ ਦੇ ਵਿੱਚ ਆਏਗਾ। 1 September ਨੂੰ ਆ ਰਹੀ ਹੈ, ਸਿਨੇਮਾ ਘਰਾਂ ਦੇ ਵਿੱਚ ਪਹੁੰਚਣਾ ਹੈ। ਸੋ ਇਸ ਫਿਲਮ ਨੂੰ ਆਪਣੀ ਫੈਮਿਲੀ ਦੇ ਨਾਲ ਵੀ ਦੇਖਣ ਜਾ ਸਕਦੇ ਹੋ ਕਿਉਂਕਿ ਸਮਾਜ ਦੇ ਪ੍ਰਤੀ, ਤੁਹਾਡੀ ਫੈਮਿਲੀ ਪ੍ਰਤੀ, ਤੁਹਾਡੇ ਆਲੇ ਦੁਆਲੇ ਪ੍ਰਤੀ ਇਸ ਫਿਲਮ ਦੇ ਵਿੱਚ ਬਹੁਤ ਕੁਝ ਚੰਗਾ ਤੁਹਾਨੂੰ ਦੇਖਣ ਨੂੰ ਸਮਝਣ ਨੂੰ ਮਿਲੇਗਾ। ਸੋ ਕੀਪ ਵਾਚਿੰਗ ਹਮਦਰਦ TV। ਮੈਂ ਤੁਹਾਨੂੰ ਕਿਸੇ ਅਗਲੇ ਸਟਾਰ ਦੇ ਨਾਲ ਮਿਲਾਂਗਾ। ਥੈਂਕ ਯੂ ਸੋ ਮਚ। ਥੈਂਕ ਯੂ।